ਵਾਹਿਗੁਰੂ ਸਾਹਿਬ ਜੀਓ। ਮੈਂ ਨਹੀਂ ਕਿਛ ਹਉ ਨਹੀਂ, ਕਾਸ਼ ਆਹੇ ਨਾ ਮੁਰਾ। ਅਵਸਰ ਲੱਜਾ ਰਾਖ ਲਿਓ, ਸਦਨਾ ਜਾਨ ਤੂਰਾ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਹਜ ਕਾਬੇ ਹੋਂ ਜਾਏ ਥਾ, ਆਗੈ ਮਿਲਿਆ ਖੁਦਾਏ। ਸਾਈਂ ਮੁਝ ਸਿਉ ਲਰ ਪਰਿਆ, ਤੁਝੈ ਕਿਨ ਫੁਰਮਾਈ ਗਾਏ। ਕਬੀਰ ਹਜ ਕਾਬੈ ਹੋਏ ਹੋਏ ਗਿਆ, ਕੀਤੀ ਬਾਰ ਕਬੀਰ। ਸਾਈਂ ਮੁਝ ਮਹਿ ਕਿਆ ਖਤਾ, ਮੁਖੋਂ ਨਾ ਬੋਲੇ ਪੀਰ। ਕਬੀਰ ਹਜ ਕਾਬੇ ਹੋਂ ਜਾਏ ਥਾ, ਆਗੈ ਮਿਲਿਆ ਖੁਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਪਾਵਨ 10 ਗੁਰੂ ਸਰੂਪ ਧਾਰਨ ਕੀਤੇ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੋਰੇ ਅਵਤਾਰ, ਫਿਰ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਝਾਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਆਪ ਸੰਗਤਾਂ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਵਿਚਾਰ ਪ੍ਰਾਰੰਭ ਹੈ। 196 ਸ਼ਲੋਕਾਂ ਦੀ ਕਥਾ ਸੰਪੂਰਨ ਹੋਈ ਹੈ। ਅਗਲੇ ਸ਼ਲੋਕਾਂ ਦੀ ਵਿਚਾਰ ਆਰੰਭ ਹੋ ਰਹੀ ਹੈ। ਇਹ ਜਿਹੜੇ 4 ਸ਼ਲੋਕ ਆ ਰਹੇ ਹਨ, 5 ਸ਼ਲੋਕ ਹਨ। ਇਹਨਾਂ 5 ਦਾ ਪ੍ਰਕਰਨ ਮਿਲਦਾ ਜੁਲਦਾ ਹੈ। ਇਹਦੀ ਉਥਾਨਕਾ ਸੰਪਰਦਾਇ ਭਿੰਡਰਾਂ 9ਵੀਂ ਟਕਸਾਲ ਦੇ ਮਹਾਂਪੁਰਖ ਇਸ ਤਰ੍ਹਾਂ ਸਰਵਣ ਕਰਵਾਉਂਦੇ ਹਨ। ਭਗਤ ਕਬੀਰ ਜੀ ਦੇ ਪਾਸ ਕੁਝ ਮੁਸਲਮਾਨ ਆਏ। ਕਹਿਣ ਲੱਗੇ, ਤੁਸੀਂ ਮੁਸਲਮਾਨ ਹੋ, ਤੁਸੀਂ ਕਾਬੇ ਦਾ ਹਜ ਕਰਕੇ ਆਓ। ਭਗਤ ਜੀ ਕਹਿਣ ਲੱਗੇ, ਚਲੋ ਠੀਕ ਹੈ, ਮੈਂ ਕਾਬੇ ਦਾ ਹਜ ਕਰ ਆਵਾਂਗਾ। ਫਿਰ ਦੂਜਾ ਸਵਾਲ ਉਹਨਾਂ ਨੇ ਇਹ ਕੀਤਾ, ਇਸਲਾਮੀ ਧਰਮ ਦੇ ਅੰਦਰ ਈਦ ਵਾਲੇ ਦਿਨ ਗਊ ਨੂੰ ਜ਼ਿਬਾ ਕੀਤਾ ਜਾਂਦਾ ਹੈ, ਉਹਦੇ ਬਾਰੇ ਤੁਸੀਂ ਆਪਣਾ ਦ੍ਰਿਸ਼ਟੀਕੋਣ ਸਪਸ਼ਟ ਕਰੋ। ਕੀ ਤੁਸੀਂ ਇਸ ਨੂੰ ਸ਼ਰਅ ਵਿੱਚ ਮੰਨਦੇ ਹੋ
ਜਾਂ ਕੋਈ ਤੁਹਾਡੇ ਹੋਰ ਖਿਆਲ ਨੇ। ਤਾਂ ਭਗਤ ਕਬੀਰ ਜੀ ਨੇ ਇਹਨਾਂ 5 ਸ਼ਲੋਕਾਂ ਦੇ ਵਿੱਚ ਮੁਸਲਮਾਨ ਸਮਾਜ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਉਪਦੇਸ਼ ਦਿੱਤਾ, ਸਮਝਾਇਆ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਹਜ ਕਾਬੇ ਹੋਂ ਜਾਏ ਥਾ, ਆਗੈ ਮਿਲਿਆ ਖੁਦਾਏ। ਲੋ ਕਬੀਰ ਭਗਤ ਜੀ ਮੁਸਲਮਾਨ ਭਰਾਵਾਂ ਨੂੰ ਉਪਦੇਸ਼ ਦਿੰਦੇ ਹਨ ਬਈ ਮੈਂ ਇੱਕ ਵਾਰੀ ਕਾਬੇ ਦਾ ਹਜ ਕਰਨ ਵਾਸਤੇ ਜਾਏ ਥਾਂ ਉਸ ਥਾਂ 'ਤੇ ਜਾ ਰਿਹਾ ਸੀ। ਕਿਉਂ? ਮੁਸਲਮਾਨਾਂ ਦੇ ਅਕੀਦੇ ਮੁਤਾਬਕ ਕਾਬਾ ਰੱਬ ਦਾ ਘਰ ਹੈ। ਮੈਂ ਸੋਚਿਆ ਚਲੋ ਜਿਹੜੇ ਸਾਡੇ ਧਾਰਮਿਕ ਆਗੂ ਨੇ, ਪੀਰ ਹਨ, ਮੌਲਵੀ ਹਨ, ਫਿਲਾਸਫਰ ਹਨ, ਉਹ ਇਹ ਗੱਲ ਕਹਿੰਦੇ ਨੇ ਹਰ ਮੁਸਲਮਾਨ ਨੂੰ ਕਾਬੇ ਦਾ ਹਜ ਇੱਕ ਵਾਰ ਤੇ ਕਰਨਾ ਹੀ ਚਾਹੀਦਾ। ਮੈਂ ਉਹਨਾਂ ਦੀ ਗੱਲ ਸੁਣ ਕੇ ਕਾਬੇ ਦਾ ਹਜ ਕਰਨ ਵਾਸਤੇ ਉਸ ਮੱਕੇ ਸ਼ਹਿਰ ਵਿੱਚ ਗਿਆ। ਉੱਥੇ ਕੀ ਹੋਇਆ? ਆਗਿਆ ਮਿਲਿਆ ਖੁਦਾਏ। ਕਾਬਾ ਰੱਬ ਦਾ ਘਰ ਹੈ ਨਾ। ਜਦੋਂ ਮੈਂ ਕਾਬੇ ਵਿੱਚ ਗਿਆ ਮੈਨੂੰ ਅੱਗੋਂ ਖੁਦਾ ਮਿਲ ਗਿਆ। ਉਸ ਰੱਬ ਦੇ ਦੀਦਾਰ ਹੋਏ। ਉਸ ਅੱਲਾਹ ਤਾਲਾ ਨੇ ਮਿਹਰਬਾਨੀ ਕੀਤੀ, ਮੇਰੇ ਸਾਹਮਣੇ ਆ ਕੇ ਖਲੋ ਗਿਆ। ਸਾਈਂ ਮੁਝ ਸਿਉ ਲਰ ਪਰਿਆ, ਤੁਝੈ ਕਿਨ ਫੁਰਮਾਈ ਗਾਏ। ਤੇ ਮੇਰੇ ਨਾਲ ਉਹ ਸਾਈਂ ਖੁਦਾ ਅੱਲਾਹ ਤਾਲਾ ਰਹੀਮ ਕਰੀਮ ਮੇਰੇ ਨਾਲ ਲੜ ਪਿਆ, ਮੇਰੇ ਨਾਲ ਨਾਰਾਜ਼ ਹੋ ਗਿਆ। ਮੇਰੇ ਨਾਲ ਉਸਨੇ ਝਗੜਾ ਕੀਤਾ। ਕਿਸ ਗੱਲ ਤੋਂ? ਕਹਿੰਦਾ ਤੂੰ ਮੈਨੂੰ ਕਾਬੇ ਵਿੱਚ ਹੀ ਮੰਨ ਲਿਆ। ਮੈਂ ਤੇ ਸਰਵ ਵਿਆਪਕ ਹਾਂ। ਜ਼ਮੀਨ ਤੂੰ ਹੀ, ਜਮਾਂ ਤੂੰ ਹੀ, ਮਕੀਂ ਤੂੰ ਹੀ, ਮਕਾਨ ਤੂੰ ਹੀ। ਮੈਂ ਤੇ ਜ਼ਰੇ ਜ਼ਰੇ ਵਿੱਚ, ਕਟਾਂ ਕਟਾਂ ਦੇ ਵਿੱਚ, ਹਰ ਜੀਵ ਤੇ ਸਰੀਰ ਵਿੱਚ ਵਸ ਰਿਹਾ ਹਾਂ। ਤੁਝਾ ਕਿਨ ਫਰਮਾਈ ਗਾਏ। ਤੈਨੂੰ ਇਹ ਗੱਲ ਗਾਏ ਦਾ ਅਰਥ ਹੈ ਬੋਲ ਕੇ ਕਿਹਨੇ ਦੱਸ ਦਿੱਤੀ ਬਈ ਮੈਂ ਕਾਬੇ ਵਿੱਚ ਹੀ ਰਹਿਣਾ। ਭਗਤ ਕਬੀਰ ਜੀ ਨੇ ਇੱਕ ਥਾਂ ਤੇ ਹੋਰ ਵੀ ਕਟਾਕਸ਼ ਕੀਤਾ ਹੈ। ਉਹ ਕਹਿੰਦੇ ਜੇ ਮਸੀਤ ਹੀ ਰੱਬ ਦਾ ਘਰ ਹੈ, ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਜੇ ਅੱਲਾ ਮਸੀਤ ਵਿੱਚ ਹੀ ਰਹਿੰਦਾ ਹੈ ਤੇ ਬਾਕੀ ਜਿਹੜਾ ਹੋਰ ਮੁਲਕ ਹੈ, ਹੋਰ ਏਡਾ ਵੱਡਾ ਸੰਸਾਰ ਹੈ, ਅਣਗਿਣਤ ਆਕਾਸ਼ ਨੇ, ਪਾਤਾਲ ਨੇ, ਉੱਥੇ ਕੌਣ ਰਹਿੰਦਾ? ਉਹਦਾ ਮਾਲਕ ਕੌਣ ਹੈ? ਤੈਨੂੰ ਇਹ ਕਹਿ ਕੇ ਕਿਸ ਨੇ ਗੱਲ ਦੱਸੀ ਹੈ ਕਿ ਮੈਂ ਇੱਕ ਦੇਸ਼ ਦਾ ਵਾਸੀ ਹਾਂ? ਕੇਵਲ ਕਾਬਾ ਹੀ ਰੱਬ ਦਾ ਘਰ ਹੈ। ਇਹ ਜਿਹੜੀ ਸੋਚ ਹੈ ਬਿਲਕੁਲ ਸੌੜੀ ਸੋਚ ਹੈ। ਜਿਨ੍ਹਾਂ ਨੇ ਮੈਨੂੰ ਇੱਕ ਚਾਰ ਦੀਵਾਰੀ ਵਿੱਚ ਕੈਦ ਕਰਕੇ ਰੱਖਿਆ ਹੋਇਆ ਹੈ ਤੇ ਤੂੰ ਵੀ ਉਹਨਾਂ ਦੀ ਗੱਲ ਸੁਣ ਕੇ ਤੂੰ ਮੈਨੂੰ ਇੱਥੇ ਮਿਲਣ ਵਾਸਤੇ ਆਇਆ। ਹੁਣ ਇਹ ਕਬੀਰ ਭਗਤ ਜੀ ਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋ ਵਿਵਾਦ ਹੋਇਆ,
ਉਹਦੇ ਬਾਰੇ ਉਹਨਾਂ ਨੇ ਇਹ ਸ਼ਲੋਕ ਉਚਾਰਨ ਕੀਤਾ। ਕਬੀਰ ਹਜ ਕਾਬੈ ਹੋਏ ਗਿਆ, ਕੀਤੀ ਬਾਰ ਕਬੀਰ। ਫਿਰ ਕਬੀਰ ਭਗਤ ਜੀ ਨੇ ਹੱਥ ਜੋੜੇ, ਉਸ ਖੁਦਾ ਅੱਲਾਹ ਤਾਲਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੇ ਵਾਹਿਗੁਰੂ ਜੀ, ਮੈਂ ਅੱਗੇ ਵੀ ਕਈ ਵਾਰ ਕਾਬੇ ਦੇ ਵਿੱਚ ਹੋ ਕੇ ਗਿਆ ਹਾਂ। ਭਾਵ ਜਦੋਂ ਮੈਨੂੰ ਇਸਲਾਮ ਧਰਮ 'ਤੇ ਯਕੀਨ ਸੀ ਤੇ ਮੈਂ ਉਸ ਅਕੀਦੇ ਮੁਤਾਬਕ ਪਹਿਲਾਂ ਵੀ ਕਈ ਵਾਰ ਕਾਬੇ ਦਾ ਹਜ ਕਰਨ ਵਾਸਤੇ ਆਇਆ ਸੀ। ਇੱਕ ਵਾਰ ਨਹੀਂ, ਕੇਤੀ ਬਾਰ ਕਬੀਰ, ਕਿੰਨੀ ਵਾਰ ਇਹ ਕਬੀਰ ਇੱਥੇ ਹਜ ਕਰਨ ਵਾਸਤੇ ਆਇਆ। ਸਾਈਂ ਮੁਝ ਮਹਿ ਕਿਆ ਖਤਾ, ਮੁਖ ਹੋ ਨਾ ਬੋਲੇ ਪੀਰ। ਹੇ ਸਾਈਂ ਜੀ, ਹੁਣ ਤੁਸੀਂ ਨਾਰਾਜ਼ ਹੋ ਗਏ ਹੋ। ਮੁਖੋਂ ਨਾ ਬੋਲੇ ਪੀਰ, ਤੁਸੀਂ ਮੇਰੇ ਪੀਰ ਹੋ, ਪੂਜਨ ਯੋਗ ਹੋ, ਤੁਸੀਂ ਮੇਰੇ ਮੁਰਸ਼ਦ ਹੋ, ਤੁਸੀਂ ਮੇਰੇ ਰੱਬ ਹੋ। ਤੁਸੀਂ ਹੁਣ ਮੂੰਹੋਂ ਗੱਲ ਹੀ ਨਹੀਂ ਕਰਦੇ, ਕੋਈ ਬਚਨ ਹੀ ਨਹੀਂ ਕਰਦੇ, ਬਲਕਿ ਮੈਨੂੰ ਝਿੜਕਾਂ ਮਾਰ ਰਹੇ ਹੋ, ਮੇਰੇ ਨਾਲ ਝਗੜਾ ਕਰ ਰਹੇ ਹੋ, ਮੈਨੂੰ ਤਾੜਨਾ ਦੇ ਰਹੇ ਹੋ। ਸਾਈਂ ਮੁਝ ਮੈਂ ਕਿਆ ਖਤਾ, ਹੇ ਸਾਈਂ ਜੀ ਦੱਸੋ ਮੇਰੇ ਵਿੱਚ ਕੀ ਕਸੂਰ ਹੈ, ਕਿਹੜੀ ਗਲਤੀ ਹੈ, ਉਹਦੇ ਬਾਰੇ ਤੇ ਮੈਨੂੰ ਪਤਾ ਲੱਗੇ ਨਾ। ਕਿਹੜੀ ਗੱਲ ਕਰਕੇ ਤੁਸੀਂ ਮੇਰੇ ਨਾਲ ਨਾਰਾਜ਼ ਹੋ। ਹੁਣ ਜਿਹੜਾ ਪਹਿਲਾ ਸ਼ਲੋਕ ਹੈ ਉਹਦੇ ਵਿੱਚ ਜਿਹੜੀ ਦੂਜੀ ਪੰਕਤੀ ਹੈ, ਤੁਝੇ ਕਿਨ ਫਰਮਾਈ ਗਾਏ, ਇਹਦੇ ਬਾਰੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਉਂ ਵੀ ਅਰਥ ਕੀਤਾ ਹੈ, ਤੁਝੇ ਕਿਨ ਫਰਮਾਈ ਗਾਏ, ਵੀ ਉਸ ਖੁਦਾ ਅੱਲਾਹ ਤਾਲਾ ਨੇ ਮੈਨੂੰ ਗੁੱਸੇ ਹੋ ਕੇ ਇੱਕ ਸਵਾਲ ਕੀਤਾ, ਐ ਕਬੀਰ ਤੂੰ ਮੈਨੂੰ ਇਹ ਦੱਸ, ਤੁਝੇ ਕਿਨ ਫਰਮਾਈ ਗਾਏ ਵੀ ਗਾਂ ਦਾ ਕਤਲ ਕੀਤਾ ਜਾਵੇ। ਈਦ ਵਾਲੇ ਦਿਨ ਜਿਹੜਾ ਗਾਂ ਨੂੰ ਜ਼ਿਬਾ ਕਰਦਾ ਹੈ, ਕਲਮਾ ਪੜ੍ਹ ਕੇ ਗਾਂ ਨੂੰ ਕੋਹ ਕੇ ਮਾਰਦਾ ਹੈ, ਉਹਦੇ ਸਾਰੇ ਗੁਨਾਹ ਮੁਆਫ ਹੋ ਜਾਂਦੇ ਨੇ। ਇਹ ਕਿਹਨੇ ਗੱਲ ਕਹੀ ਹੈ? ਇਹ ਮੇਰੀ ਆਗਿਆ ਨਹੀਂ। ਉਹ ਖੁਦਾ ਅੱਲਾਹ ਤਾਲਾ ਕਹਿੰਦਾ, ਮੈਂ ਨਹੀਂ ਕਿਸੇ ਨੂੰ ਆਖਿਆ ਵੀ ਤੁਸੀਂ ਮੇਰਾ ਨਾਮ ਲੈ ਕੇ ਕਲਮਾ ਪੜ੍ਹ ਕੇ ਕਿਸੇ ਜੀਵ ਨੂੰ ਮਾਰੋ, ਤੁਹਾਡੇ ਗੁਨਾਹ ਮਾਫ ਹੋ ਜਾਣਗੇ। ਮੈਂ ਕਿਸੇ ਨੂੰ ਇਹ ਗੱਲ ਨਹੀਂ ਆਖੀ। ਤੇ ਹੁਣ ਜਦੋਂ ਕਬੀਰ ਭਗਤ ਜੀ ਨੇ ਇਹ ਗੱਲ ਸੁਣੀ, ਫਿਰ ਜਿਹੜਾ ਦੂਜਾ ਸ਼ਲੋਕ ਹੈ ਉਹਦੇ ਵਿੱਚ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ, ਹੈ ਸਾਈਂ ਜੀ, ਜੇ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੈ, ਮੇਰੀ ਭੁੱਲ ਨੂੰ ਮਾਫ ਕਰ ਦਿਓ, ਪਰ ਕਮ ਸੇ ਕਮ ਮੈਨੂੰ ਇਹ ਤਾਂ ਦੱਸੋ ਬਈ ਤੁਸੀਂ ਕਿਹੜੀ ਗੱਲ ਤੋਂ ਨਾਰਾਜ਼ ਹੋ। ਮੈਨੂੰ ਝਿੜਕਦੇ ਹੋ, ਮੇਰੇ ਨਾਲ ਝਗੜਾ ਕਰਦੇ ਹੋ, ਤੇ ਕਦੇ ਸਿੱਧੇ ਮੂੰਹ ਦੇ ਨਾਲ ਮੇਰੇ ਨਾਲ ਗੱਲ ਵੀ ਨਹੀਂ ਕਰਦੇ। ਪੀਰ ਜੀ ਮੈਨੂੰ ਇਹਦਾ ਕਾਰਨ ਦੱਸੋ। ਕਬੀਰ ਜੀ ਜੋ ਮਾਰਹਿ ਜੋਰ ਕਰ, ਕਹਤੇ ਹੈ ਜੋ ਹਲਾਲ। ਤਾਂ ਉਸ ਵੇਲੇ ਉਸ ਖੁਦਾ ਅੱਲਾਹ ਤਾਲਾ ਨੇ ਮੈਨੂੰ ਕੀ ਜਵਾਬ ਦਿੱਤਾ? ਭਗਤ ਕਬੀਰ ਜੀ ਫਰਮਾਉਂਦੇ ਹਨ, ਕਬੀਰ ਜੀ ਜੋ ਮਾਰਹਿ ਜੋਰ ਕਰ, ਜਿਹੜੇ ਲੋਕ ਜ਼ੋਰ ਕਰਕੇ ਜ਼ਬਰਦਸਤੀ ਧਿੰਗੋਂ ਜੋਰੀ ਬਿਸਮਿਲ੍ਲਾ ਕਹਿ ਕੇ ਕਲਮਾ ਪੜ੍ਹ ਕੇ ਜੀਵਾਂ ਨੂੰ ਮਾਰਦੇ ਨੇ, ਜਾ ਕੇ ਈਦ ਬਕਰੀਦ ਕੋਲ ਗਊਰੇ ਵੱਧ ਕਰੇ। ਬਕਰੀਦ ਵਾਲੇ ਦਿਨ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ, ਈਦ ਵਾਲੇ ਦਿਨ ਗਊ ਨੂੰ ਜ਼ਿਬਾ ਕੀਤਾ ਜਾਂਦਾ ਹੈ। ਲੋ ਖੁਦਾ ਕਹਿਣ ਲੱਗਾ, ਜਿਹੜੇ ਲੋਕ ਜੀਵਾਂ ਨੂੰ ਜ਼ਬਰਦਸਤੀ ਧੱਕੇ ਦੇ ਨਾਲ ਮਾਰਦੇ ਨੇ, ਕਹਤੇ ਹੈ ਜੋ ਹਲਾਲ, ਤੇ ਫਿਰ ਇਹ ਗੱਲ ਕਹਿੰਦੇ ਨੇ ਵੀ ਇਹ ਹੁਣ ਹਲਾਲ ਹੋ ਗਿਆ ਹੈ। ਇਹਦਾ ਮਤਲਬ ਇਹ ਇੱਕ ਬਹੁਤ ਵੱਡਾ ਅਸੀਂ ਧਰਮ ਦਾ ਕੰਮ ਕੀਤਾ ਹੈ। ਇਹ ਅਸੀਂ ਇੱਕ ਰੱਬ ਨੂੰ, ਖੁਦਾ ਨੂੰ ਪ੍ਰਸੰਨ ਕਰਨ ਵਾਸਤੇ ਇੱਕ ਸਬਾਬ ਕੀਤਾ ਹੈ। ਇਹ ਗੱਲ ਕਿਸ ਨੇ ਕਹੀ ਹੈ? ਮੈਂ ਨਹੀਂ ਆਖੀ। ਹਲਾਲ ਤੋਂ ਭਾਵ ਜਿਹਦੇ ਉੱਤੇ ਸਾਡਾ ਹੱਕ ਹੋਵੇ, ਜਿਹਨੂੰ ਧਾਰਮ ਗ੍ਰੰਥ ਆਗਿਆ ਦੇਵੇ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ।
ਜਾਂ ਹਲਾਲ ਦਾ ਅਰਥ ਹੈ ਹੱਕ ਸੱਚ ਦੀ ਕਮਾਈ। ਤੁਹਾਨੂੰ ਦੱਸੋ ਇਹ ਕਿਸ ਨੇ ਆਖਿਆ ਹੈ ਵੀ ਕਿਸੇ ਜੀਵ ਤੇ ਜ਼ੁਲਮ ਕਰਕੇ ਧੱਕੇਸ਼ਾਹੀ ਦੇ ਨਾਲ ਉਸ ਨੂੰ ਮਾਰ ਦਿਓ। ਹੁਣ ਮੁਸਲਮਾਨ ਕਲਮਾ ਪੜ੍ਹ ਕੇ ਈਦ ਤੇ ਬਕਰੀਦ ਵਾਲੇ ਦਿਨ ਗਊ ਤੇ ਬੱਕਰਿਆਂ ਨੂੰ ਜ਼ਿਬਾ ਕਰਦੇ ਸਨ ਤੇ ਕਈ ਫੌਜਾਂ ਚੰਡੀ ਦੀ ਵਾਰ ਪੜ੍ਹ ਕੇ ਬੱਕਰੇ ਝਟਕਦੀਆਂ ਨੇ। ਪਰ ਇਹ ਕਿਹਨੇ ਆਖਿਆ ਵੀ ਇਹ ਪੁੰਨ ਦਾ ਕੰਮ ਹੈ? ਭਗਤ ਜੀ ਕਹਿੰਦੇ ਇਹ ਖੁਦਾ ਦੀ ਆਗਿਆ ਨਹੀਂ ਹੈ ਤੇ ਇਸੇ ਲਈ ਸਾਨੂੰ ਵਾਹਿਗੁਰੂ ਪਰਮੇਸ਼ਰ ਨੇ ਸਾਰੀ ਗੱਲ ਸਮਝਾ ਦਿੱਤੀ ਵੀ ਜਿਹੜਾ ਕਿਸੇ ਜੀਵ ਤੇ ਜ਼ੋਰ ਕਰਨਾ, ਧੱਕਾ ਕਰਨਾ, ਜ਼ੁਲਮ ਹੁੰਦਾ ਹੈ। ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ। ਇਹਦਾ ਫਲ, ਇਹਦਾ ਲੇਖਾ ਤੁਹਾਨੂੰ ਰੱਬ ਦੀ ਦਰਗਾਹ ਵਿੱਚ ਦੇਣਾ ਪਵੇਗਾ। ਦਫਤਰ ਦਈ ਜਬ ਕਾਢ ਹੈ, ਹੋਏਗਾ ਕੌਣ ਹਵਾਲ। ਲੋ ਭਗਤ ਜੀ ਕਹਿੰਦੇ ਨੇ ਜਿਹੜੇ ਲੋਕ ਧਰਮ ਦੇ ਨਾਂ ਤੇ ਪਾਪ ਕਰਦੇ ਨੇ, ਵੀਰ ਭਗਤ ਜੀ ਦਾ ਇੱਕ ਹੋਰ ਵੀ ਬਚਨ ਆਉਂਦਾ ਹੈ, ਜੀ ਬੱਧੋ ਸੋ ਧਰਮ ਕਰ ਥਾਪਹੁ, ਅਧਰਮ ਕਹੋ ਕਤ ਪਾਈ, ਆਪਸ ਕੋ ਮੁਨਵਰ ਕਰ ਥਾਪਹੁ, ਕਾਕੋ ਕਹੋ ਕਸਾਈ। ਜੇ ਜੀਵਾਂ ਨੂੰ ਮਾਰਨਾ ਹੀ ਧਰਮ ਹੋ ਗਿਆ ਤੇ ਫਿਰ ਪਾਪ ਕਿਸ ਨੂੰ ਆਖੋਗੇ? ਪਾਪ ਦੀ ਪਰਿਭਾਸ਼ਾ ਕੀ ਹੋਵੇਗੀ? ਇਹਦਾ ਜਵਾਬ ਦਿਓ। ਤੁਸੀਂ ਜੀਵਾਂ ਨੂੰ ਮਾਰ ਕੇ ਆਪਣੇ ਆਪ ਨੂੰ ਬੜੇ ਬੜੇ ਮੁਨੀ, ਧਰਮ ਦੇ ਆਗੂ, ਧਰਮ ਦੇ ਠੇਕੇਦਾਰ, ਜਥੇਦਾਰ, ਲੀਡਰ ਬਣੇ ਫਿਰਦੇ ਹੋ ਤੇ ਤੁਹਾਡੇ ਨਾਲੋਂ ਤਾਂ ਕਸਾਈ ਬਹੁਤੇ ਧਰਮੀ ਹੋਣਗੇ। ਉਹ ਬਹੁਤੇ ਜੀਵਾਂ ਨੂੰ ਮਾਰਦੇ ਨੇ, ਬਹੁਤਾ ਪਾਪ ਕਰਦੇ ਨੇ। ਜਿਹੜਾ ਬਹੁਤਾ ਪਾਪ ਕਰੇ ਉਹ ਧਰਮੀ ਹੁੰਦਾ ਕਿ ਜਿਹੜਾ ਬਿਲਕੁਲ ਪਾਪ ਨਾ ਕਰੇ ਉਹ ਧਰਮੀ ਹੁੰਦਾ? ਬਾਦ ਦਲੀਲ ਭਗਤ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਇਆ। ਕਹਿੰਦੇ ਨੇ ਦਫ਼ਤਰ ਦਈ ਜਬ ਕੱਢ ਹੈ, ਦਈ ਦਾ ਅਰਥ ਹੈ ਪ੍ਰੇਰਕ, ਖੁਦਾ ਅੱਲਾਹ ਤਾਲਾ। ਜਦੋਂ ਦਰਗਾਹ ਦੇ ਦਫ਼ਤਰ ਦੇ ਵਿੱਚ ਤੁਹਾਡਾ ਲੇਖੇ ਪਤੇ ਦਾ ਹਿਸਾਬ ਕੱਢੇਗਾ, ਉਹ ਚਿੱਠਾ, ਉਹ ਰਜਿਸਟਰ ਜਿਸ ਦੇ ਉੱਤੇ ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਲਿਖਿਆ ਹੋਵੇਗਾ, ਉੱਥੇ ਇਹ ਵੀ ਲਿਖਿਆ ਹੋਣਾ ਤੁਸੀਂ ਕਿੰਨੇ ਜੀਵਾਂ ਦੀ ਬਲੀ ਦਿੱਤੀ ਹੈ, ਈਦ ਬਕਰੀਦ ਨੂੰ ਕਿੰਨੇ ਜਾਨਵਰਾਂ ਨੂੰ ਮਾਰਿਆ ਹੈ, ਇਹਦਾ ਲੇਖਾ ਵੀ ਦੇਣਾ ਪੈਣਾ। ਅਤੇ ਜਦੋਂ ਤੁਹਾਡਾ ਰੱਬ ਦੀ ਦਰਗਾਹ ਵਿੱਚ, ਉਹਦੇ ਦਫ਼ਤਰ ਦੇ ਵਿੱਚ ਲੇਖਾ ਨਿਕਲਿਆ, ਇਹਦਾ ਫਲ ਮਾਰ ਮੋਹੈ ਮੋਹੇ ਖਾਏ, ਫਿਰ ਤੁਸੀਂ ਆਪਣੇ ਮੂੰਹ 'ਤੇ ਮਾਰ ਖਾਓਗੇ, ਤੁਹਾਡੇ ਥੱਪੜ ਪੈਣਗੇ, ਤੁਹਾਡੇ ਛਿੱਤਰ ਪੈਣਗੇ। ਤੁਸੀਂ ਇਹ ਪਾਪ ਕਰਦੇ ਹੋ, ਪਾਪਾਂ ਦਾ ਫਲ ਤੇ ਫਿਰ ਇਹੀ ਭੋਗਣਾ ਪਵੇਗਾ। ਕਬੀਰ ਜੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ। ਲੋ ਭਗਤ ਜੀ ਕਹਿੰਦੇ ਨੇ ਪਿਛਲੀ ਜਿਹੜੀ ਪੰਕਤੀ ਸੀ, ਦਫ਼ਤਰ ਦਈ ਜਬ ਕਾਢ ਹੈ, ਹੋਏਗਾ ਕੌਣ ਹਵਾਲ, ਇਹ ਉਸਦੀ ਨਾਲ ਦੀ ਪੰਕਤੀ ਹੈ ਵੀ ਉਸ ਵੇਲੇ ਤੁਹਾਡਾ ਕੀ ਹਾਲ ਹੋਵੇਗਾ। ਇਹ ਤਾਂ ਉਦੋਂ ਹੀ ਪਤਾ ਲੱਗੇਗਾ ਜਦੋਂ ਉਹ ਸਮਾਂ ਆਇਆ। ਸਮੇਂ ਨਾਲ ਹੀ ਸਾਰੀ ਗੱਲ ਦਾ ਭੇਤ ਖੁੱਲ੍ਹਦਾ। ਹੁਣ ਤੇ ਤੁਸੀਂ ਧਰਮ ਦੇ ਨਾਂ 'ਤੇ ਪਾਪ ਕਰੀ ਜਾ ਰਹੇ ਹੋ, ਪਰ ਜਦੋਂ ਸਿਰ ਵਟੇ ਸਿਰ ਦੇਣਾ ਪਿਆ ਤੇ ਫਿਰ ਉਸ ਵੇਲੇ ਉਹਦਾ ਲੇਖਾ ਦੇਣਾ ਪਿਆ, ਕੀ ਹਾਲ ਤੁਹਾਡਾ ਹੋਵੇਗਾ? ਭਾਵ ਬਹੁਤ ਮਾੜਾ ਹਾਲ ਹੋਵੇਗਾ। ਫਿਰ ਕਬੀਰ ਜੀ ਕਹਿੰਦੇ ਨੇ, ਭਾਈ ਜਿਹੜਾ ਕਿਸੇ ਜੀਵ ਦੇ ਉੱਤੇ ਧੱਕਾ ਕੀਤਾ ਹੈ ਤੇ ਉਹਨੂੰ ਜ਼ੁਲਮ ਦਾ ਨਾਮ ਹੀ ਦਿੱਤਾ ਜਾਂਦਾ ਹੈ, ਲੈ ਜਵਾਬ ਖੁਦਾਏ, ਇਹਦਾ ਜਵਾਬ ਖੁਦਾ ਨੇ ਲੈਣਾ। ਦਫ਼ਤਰ ਲੇਖਾ ਨੀਕ ਸੈ, ਮਾਰ ਮੋਹੈ ਮੋਹ ਖਾਏ। ਜਦੋਂ ਰੱਬ ਦੀ ਕਚਹਿਰੀ ਵਿੱਚ, ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤੁਹਾਡੇ ਕੋਲੋਂ ਲੇਖਾ ਮੰਗਿਆ ਜਾਵੇਗਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਵੀ ਬਚਨ ਨੇ, ਨਾਨਕ ਆਖਿਆ ਰੇ ਮਨਾ, ਸੁਣੀਆਂ ਸਿੱਖ ਸਹੀ, ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ। ਲੇਖਾ ਦੇਣਾ ਪੈਣਾ ਸਾਰਿਆਂ ਨੂੰ, ਚਾਹੇ ਕੋਈ ਕਿਰਦਾਰ ਘਟਾ ਟੂਪ ਘੰਟਾਰਨਾਥ ਬਣਿਆ ਫਿਰੇ, ਪਰ ਹਿਸਾਬ ਕਿਤਾਬ ਤੇ ਰੱਬ ਦੀ ਦਰਗਾਹ ਜੀ ਫਰਮਾਉਂਦੇ ਨੇ, ਉਸ ਵਾਹਿਗੁਰੂ ਦੇ ਦਫ਼ਤਰ ਦੇ ਵਿੱਚ ਜਦੋਂ ਤੁਹਾਡਾ ਲੇਖਾ ਨਿਕਲਿਆ ਤੇ ਫਿਰ ਤੁਹਾਡੇ ਮੂੰਹ 'ਤੇ ਮਾਰ ਪਏਗੀ,
ਥੱਪੜ। ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋ। ਸਮਾਜ ਦੇ ਲੋਕ ਆਏ ਸਨ, ਇਹਨਾਂ ਨੇ ਭਗਤ ਕਬੀਰ ਜੀ ਦੇ ਅੱਗੇ ਬੜੀ ਨਿਮਰਤਾ ਦੇ ਨਾਲ, ਹੁਣ ਇਹਨਾਂ ਦੀ ਬਈ ਤੁਸੀਂ ਧਰਮ ਦੇ ਨਾਂ 'ਤੇ, ਰੱਬ ਦੇ ਨਾਂ 'ਤੇ ਪਾਪ ਕਰਦੇ ਹੋ, ਇਹ ਕਦੀ ਨਹੀਂ ਬਖਸ਼ਿਆ ਜਾਣਾ। ਫਿਰ ਉਹ ਕਹਿਣ ਲੱਗੇ, ਮਹਾਰਾਜ ਫਿਰ ਇਹ ਦੱਸੋ ਵੀ ਸੌਖੇ ਢੰਗ ਦੇ ਨਾਲ ਲੇਖਾ ਕਿਵੇਂ ਚੁਕਾਇਆ ਜਾ ਸਕਦਾ। ਤਾਂ ਭਗਤ ਜੀ ਕਹਿੰਦੇ ਨੇ, ਲਓ ਸੁਣੋ, ਉਹ ਦਿਲ ਸੂਚੀ ਹੋਏ। ਜੇ ਤੁਹਾਡੇ ਦਿਲ ਦੀ ਨੀਅਤ ਸੱਚੀ ਸੁੱਚੀ ਹੋਵੇਗੀ ਕਬੀਰ ਲੇਖਾ ਦੇਣਾ ਸੁਹੇਲਾ, ਫਿਰ ਤੁਹਾਨੂੰ ਰੱਬ ਦੀ ਦਰਗਾਹ ਦੇ ਵਿੱਚ ਲੇਖਾ ਹਿਸਾਬ ਕਿਤਾਬ ਦੇਣਾ ਸੌਖਾ ਹੋ ਜਾਵੇਗਾ। ਹੁਣ ਤੁਹਾਡੇ ਅੰਦਰ ਤੇ ਕਪਟ ਦੀ ਭਾਵਨਾ ਹੈ, ਤੁਹਾਡੇ ਅੰਦਰ ਚਸਕੇ ਲੱਗੇ ਹੋਏ ਨੇ ਮਾਸ ਖਾਣ ਦੇ, ਮੀਟ ਖਾਣ ਦੇ, ਤੇ ਫਿਰ ਤੁਸੀਂ ਰੱਬ ਦੇ ਨਾਂ ਦੇ ਉੱਤੇ ਫਿਰ ਉਹ ਪਾਪ ਕਰਦੇ ਹੋ। ਜੇ ਤੁਹਾਡੇ ਦਿਲ ਦੀ ਭਾਵਨਾ ਸ਼ੁੱਧ ਹੋਵੇਗੀ, ਫਿਰ ਲੇਖਾ ਦੇਣਾ ਸੁਖਾਲਾ ਹੋ ਜਾਵੇਗਾ। ਉਸ ਸਾਚੇ ਦੀ ਬਾਣ ਮਹਿ, ਪੱਲਾ ਨਾ ਪਕੜੈ ਕੋਏ। ਜੇ ਤੁਹਾਡੇ ਦਿਲ ਦੀ ਭਾਵਨਾ ਪਵਿੱਤਰ ਹੋ ਗਈ, ਫਿਰ ਉਹ ਸੱਚੇ ਦੀਵਾਨ ਦੇ ਵਿੱਚ, ਉਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ, ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪੱਲਾ ਨਾ ਪਕੜਿਆ ਕੋਏ, ਫਿਰ ਕੋਈ ਤੁਹਾਡਾ ਪੱਲਾ ਨਹੀਂ ਪਕੜੇਗਾ। ਭਾਵ ਕੋਈ ਤੁਹਾਨੂੰ ਇਹ ਨਹੀਂ ਕਹੇਗਾ ਬਾਹੋਂ ਫੜ ਕੇ ਚੱਲ ਉਧਰ, ਪਹਿਲਾਂ ਹਿਸਾਬ ਕਿਤਾਬ ਦੇ। ਦਾਰ ਦਰਵਾਣੀ ਨਾਹੇ ਮੂਲੇ ਪੁੱਛਤਿਸ। ਜਦੋਂ ਦਿਲ ਦੀ ਭਾਵਨਾ ਸਾਫ਼ ਹੋ ਗਈ ਤੇ ਫਿਰ ਤੁਹਾਡੀ ਕੀਤੀ ਸੇਵਾ ਕਾਲ ਵਾਹਿਗੁਰੂ ਥਾਂ ਪਾਵੇਗਾ। ਤੁਹਾਡਾ ਕੋਈ ਪੱਲਾ ਵੀ ਨਹੀਂ ਪਕੜੇਗਾ, ਕੋਈ ਤੁਹਾਨੂੰ ਤੋਏ ਨਹੀਂ ਕਰੇਗਾ, ਕੋਈ ਤੁਹਾਨੂੰ ਮੁਜਰਮ ਸਮਝ ਕੇ ਕੋਈ ਤੁਹਾਡੇ ਤੇ ਸਖਤੀ ਨਹੀਂ ਕਰੇਗਾ। ਕਬੀਰ ਧਰਤੀ ਅਰ ਆਕਾਸ ਮਹਿ, ਦੋਏ ਤੂੰ ਬਰੀ ਅਬਦ। ਲਓ ਹੁਣ ਇਹ ਜਿਹੜੇ ਸ਼ਲੋਕ ਆਏ ਨੇ, 5 ਸ਼ਲੋਕ ਨੇ, 97 ਤੋਂ ਲੈ ਕੇ 201 ਤੱਕ, ਇਹ ਕੁਪ੍ਰਕਰਨ ਦੇ ਨਾਲ ਮੇਲ ਖਾਂਦੇ ਸਨ। ਮੁਸਲਮਾਨ ਸਮਾਜ ਨੂੰ ਇਹਨਾਂ ਦੁਆਰਾ ਉਪਦੇਸ਼ ਦਿੱਤਾ ਗਿਆ ਹੈ। ਹੁਣ ਅੱਗੇ ਭਗਤ ਕਬੀਰ ਜੀ ਦੇ ਪਾਸ ਕੋਈ ਪ੍ਰੇਮੀ ਆਇਆ, ਕਹਿਣ ਲੱਗਾ, ਮਹਾਰਾਜ ਆਹ ਜਿਹੜੀ ਦੁਆਇਤ ਹੈ ਨਾ, ਜਿਹਨੂੰ ਦੁਬਦਾ ਵੀ ਆਪਾਂ ਕਹਿ ਦਿੰਦੇ ਹਾਂ, ਦੁਬਦਾ ਬੌਰੀ ਮਨ ਬੌਰਾਇਆ, ਝੂਠੇ ਲਾਲ ਜਨਮ ਗਵਾਇਆ। ਇੱਕ ਪਾਸੇ ਸਾਡੇ ਮਨ ਦੇ ਵਿੱਚ ਹੀ ਖਿਆਲ ਆਉਂਦਾ ਹੈ ਵੀ ਆਪਾਂ ਅਕਾਲ ਪੁਰਖ ਨੂੰ ਮੰਨਣਾ, ਤੇ ਫਿਰ ਦੂਜੇ ਪਾਸੇ ਗਊ ਭਨਾਵੇ ਜਾਉ, ਆਪਣੀ ਇੱਛਾ ਦੀ ਪੂਰਤੀ ਵਾਸਤੇ ਅਸੀਂ ਰੱਬ ਦਾ ਅਕੀਦਾ ਛੱਡ ਦਿੰਦੇ ਹਾਂ। ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਟੋਲ ਟਮੱਕਾ ਸਰਵਰ ਦਾ ਹਿੜਵਸ ਬਾਬੇ ਨਾਨਕ ਦੀ, ਹੋਰ ਪਾਸੇ ਜਾਣ ਲੱਗ ਜਾਂਦੇ ਹਾਂ। ਇਹਨੂੰ ਕਹਿੰਦੇ ਨੇ ਦੁਬਦਾ, ਇਹਨੂੰ ਕਹਿੰਦੇ ਨੇ ਦਵੈਤ। ਇੱਕ ਨੂੰ ਛੱਡ ਕੇ ਦੂਜੇ ਪਾਸੇ ਮੋਹ ਪਾ ਲੈਣਾ। ਲਓ ਹੁਣ ਉਸ ਦਵੈਤ ਭਾਵ ਨੂੰ, ਦੁਬਦਾ ਨੂੰ ਸੰਬੋਧਨ ਕਰਕੇ ਭਗਤ ਜੀ ਕਹਿੰਦੇ ਨੇ, ਕਬੀਰ ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬਰੀ ਆਬਦ। ਇਹ ਦਵੈਤ ਭਾਵਨਾ, ਇਹ ਦੁਬਦਾ ਇਸ ਧਰਤੀ ਤੇ ਅਸਮਾਨ ਦੇ ਵਿੱਚ, ਦੋਹਾਂ ਦੇ ਵਿੱਚ ਹੀ ਬਰੀ ਦਾ ਅਰਥ ਹੈ ਤੂੰ ਬਹੁਤ ਬਲਵਾਨ ਹੈ, ਬਹੁਤ ਸ਼ਕਤੀਸ਼ਾਲੀ ਹੈ। ਕੀ ਦੇਵਤੇ ਜਿਹੜੇ ਆਕਾਸ਼ ਵਿੱਚ ਰਹਿੰਦੇ ਨੇ, ਕੀ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਇਨਸਾਨ ਨੇ, ਦੋਹਾਂ ਦੇ ਵਿੱਚ ਹੀ ਤੂੰ ਬੜੀ ਬਲਵਾਨ ਹੈ, ਤੇ ਅਬਦ, ਤੂੰ ਕਿਸੇ ਤੋਂ ਮਰਦੀ ਨਹੀਂ। ਜਿਨ੍ਹਾਂ ਘਰਾਂ ਦੇ ਵਿੱਚ ਦੁਬਦਾ ਪੈ ਜਾਂਦੀ ਹੈ, ਫੁੱਟ ਪੈ ਜਾਂਦੀ ਹੈ, ਦਵੈਤ ਖੜੀ ਹੋ ਜਾਂਦੀ ਹੈ, ਉਹ ਘਰ ਤੇ ਬਰਬਾਦ ਹੋ ਜਾਂਦੇ ਨੇ, ਡੇਰੇ ਤੇ ਬਰਬਾਦ ਹੋ ਜਾਂਦੇ ਨੇ, ਪਰ ਇਹ ਦੁਬਦਾ ਨਹੀਂ ਜਾਂਦੀ। ਦੋ ਭਰਾ ਲੜ ਕੇ ਅੱਡ ਵੀ ਹੋ ਜਾਣਗੇ, ਪਰ ਅੰਦਰੋਂ ਜਿਹੜੀ ਈਰਖਾ ਦਵੈਸ਼ ਦੀ ਭਾਵਨਾ ਨਹੀਂ ਜਾਂਦੀ। ਇਸੇ ਲਈ ਭਗਤ ਜੀ ਕਹਿੰਦੇ ਨੇ, ਹੇ ਦਵੈਤ, ਇਹ ਦੁਬਦਾ ਆਕਾਸ਼ ਤੇ ਧਰਤੀ ਵਿੱਚ ਜਿੰਨੇ ਵੀ ਲੋਕ ਰਹਿੰਦੇ ਨੇ, ਤੇਰਾ ਸਾਰਿਆਂ ਤੇ ਹੁਕਮ ਚੱਲਦਾ ਹੈ। ਅਥਵਾ ਬਰੀ ਦਾ ਅਰਥ ਇਹ ਵੀ ਹੈ, ਤੈਨੂੰ ਸਾਰਿਆਂ ਨੇ, ਵਰੀ ਦਾ ਅਰਥ ਵਰਿਆ ਹੈ, ਤੈਨੂੰ ਸਾਰਿਆਂ ਨੇ ਹੀ ਪ੍ਰਵਾਨ ਕੀਤਾ ਹੈ, ਸਾਰੇ ਤੇਰੀ ਵਰਤੋਂ ਕਰਦੇ ਨੇ,
ਤੇ ਅਬਦ ਤੂੰ ਕਦੀ ਨਾਸ ਨਹੀਂ ਹੁੰਦੀ। ਤੈਨੂੰ ਮਾਰਨ ਦਾ ਯਤਨ ਕਰਨਾ ਵਿਅਰਥ ਚਲਿਆ ਜਾਂਦਾ ਹੈ। ਖਟ ਦਰਸ਼ਨ ਸੰਸੇ ਪਰੇ ਅਰ 84 ਸਿੱਧ। ਹੇ ਦਵੈਤ, ਤੇਰੀ ਸ਼ਕਤੀ ਨੂੰ ਦੇਖ ਕੇ ਜਿਹੜੇ ਖਟ ਦਰਸ਼ਨ ਪੇਖ ਨੇ ਉਹ ਕਿਹੜੇ ਨੇ? ਜੋਗੀ ਜੰਗਮ ਸਰੇਵੜੇ ਸੰਨਿਆਸੀ ਔ ਦਰਵੇਸ਼ ਸ਼ੀਵਾ ਜਾਮਾ ਵਿਪਰਕਾ ਜਾਮੈ ਮੀਨ ਨਾ ਮੇਖ। ਇਹ ਜਿਹੜੇ 6 ਮੁੱਖ ਭੇਖ ਨੇ ਇਹ ਵੀ ਸੰਸੇ ਵਿੱਚ ਪਏ ਹੋਏ ਨੇ। ਅਰ 84 ਸਿੱਧ, ਜਿਹੜੇ 84 ਸਿੱਧ ਨੇ, ਰਿੱਧੀਆਂ ਸਿੱਧੀਆਂ ਦੇ ਮਾਲਕ, ਦਸਵੇਂ ਦੁਆਰ ਦੇ ਵਿੱਚ ਸਵਾਸ ਚੜਾਉਣ ਵਾਲੇ, ਉਹ ਜਿਹੜੇ ਸਿੱਧ ਲੋਕ ਨੇ ਉਹ ਵੀ ਤੇਰੀ ਸ਼ਕਤੀ ਨੂੰ ਦੇਖ ਕੇ, ਤੇਰੇ ਪ੍ਰਤਾਪ ਨੂੰ, ਪ੍ਰਭਾਵ ਨੂੰ ਦੇਖ ਕੇ ਉਹ ਵੀ ਫਿਕਰਾਂ ਵਿੱਚ ਪਏ ਹੋਏ ਹਨ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਫਿਰ ਦੁਬਦਾ ਨੂੰ ਦੂਰ ਕਰਨ ਵਾਸਤੇ ਕੀ ਕਰਨਾ ਚਾਹੀਦਾ ਹੈ? ਤਾਂ ਭਗਤ ਕਬੀਰ ਜੀ ਫਰਮਾਉਂਦੇ ਨੇ ਬਈ ਵਾਹਿਗੁਰੂ ਦੇ ਦਰ ਤੇ ਟਹਿ ਕੇ ਆਪਣੇ ਮਨ ਨੂੰ ਨੀਵਾਂ ਕਰਕੇ, ਮਤ ਨੂੰ ਉੱਚੀ ਕਰਕੇ ਅਰਦਾਸ ਕਰਨੀ ਹੈ। ਅਰਦਾਸ ਕਿਵੇਂ ਕਰਨੀ ਹੈ? ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਇਹ ਬੇਨਤੀ ਕਰਨੀ ਹੈ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ। ਜੋ ਵੀ ਮੇਰੇ ਸਰੀਰ ਵਿੱਚ ਹੈ, ਮੇਰੇ ਜੀਵਨ ਦੇ ਵਿੱਚ ਹੈ, ਉਹ ਮੇਰਾ ਆਪਣਾ ਕੁਝ ਵੀ ਨਹੀਂ ਹੈ। ਨਾ ਤਨ, ਨਾ ਮਨ, ਨਾ ਧਨ, ਨਾ ਹੀ ਕੋਈ ਹੋਰ ਵਸਤੂ। ਜੋ ਕੁਝ ਮੇਰੇ ਪਾਸ, ਜਿਹਨੂੰ ਅਸੀਂ ਆਪਣਾ ਸਮਝੀ ਬੈਠੇ ਹਾਂ, ਪਰ ਇਹ ਸਾਡਾ ਆਪਣਾ ਨਹੀਂ ਹੈ। ਜੋ ਕੁਛ ਹੈ ਸੋ ਤੇਰਾ, ਜੋ ਵੀ ਕੁਝ ਸਾਡੇ ਕੋਲ ਹੈ ਉਹ ਮਹਾਰਾਜ ਤੁਹਾਡਾ ਹੀ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਨਿਆ ਦੁੱਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਇਉਂ ਹੰਕਾਰ ਛੱਡ ਕੇ, ਝੂਠੀ ਮੇਰ ਤੇਰ ਛੱਡ ਕੇ ਬੇਨਤੀ ਕਰਨੀ, ਸੱਚੇ ਪਾਤਸ਼ਾਹ ਜੋ ਕੁਝ ਮੇਰੇ ਵਿੱਚ ਹੈ ਜਾਂ ਮੇਰੇ ਪਾਸ ਹੈ ਉਹ ਮੇਰਾ ਆਪਣਾ ਕੁਝ ਵੀ ਨਹੀਂ ਹੈ, ਇਹ ਸਭ ਤੇਰੀਆਂ ਦਾਤਾਂ ਹਨ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਜੇ ਅਸੀਂ ਕੋਈ ਚੀਜ਼ ਤੁਹਾਡੀ ਭੇਟਾ ਵੀ ਕਰਦੇ ਹਾਂ, ਹੁਣ ਕਈ ਇਹੋ ਜਿਹੇ ਵੀ ਦਾਨੀ ਹੁੰਦੇ ਨੇ, ਉਹ ਧਰਮ ਅਸਥਾਨਾਂ ਦੇ ਲਈ, ਗੁਰੂ ਘਰ ਦੇ ਲਈ ਕੋਈ ਧਨ ਦਾ ਦਾਨ ਕਰਦਾ ਹੈ, ਕੋਈ ਸੋਨੇ ਦਾ ਦਾਨ ਕਰਦਾ ਹੈ, ਕੋਈ ਚਾਂਦੀ ਦਾ ਦਾਨ ਕਰਦਾ ਹੈ, ਕੋਈ ਹੋਰ ਵਸਤਰਾਂ ਦਾ ਦਾਨ ਕਰਦਾ ਹੈ। ਕਈ ਲੋਕ ਭੂਮੀ ਦਾਨ ਵੀ ਕਰਦੇ ਨੇ, ਆਪਣੀ ਜ਼ਮੀਨ ਗੁਰੂ ਘਰ ਦੇ ਨਾਂ ਵੀ ਲਵਾ ਦਿੰਦੇ ਨੇ। ਕਈ ਆਪਣੇ ਘਰ, ਕਈ ਆਪਣੇ ਜ਼ਮੀਨਾਂ ਜਾਇਦਾਦਾਂ ਉਹ ਵੀ ਗੁਰੂ ਘਰ ਨੂੰ ਧਰਮ ਦੇ ਨਾਂ 'ਤੇ ਲਿਖਵਾ ਦਿੰਦੇ ਨੇ। ਲੋ ਭਗਤ ਜੀ ਫਰਮਾਉਂਦੇ ਹਨ ਵੀ ਜੋ ਵੀ ਕੁਝ ਸਾਡੇ ਕੋਲ ਹੈ ਉਹ ਸਾਡਾ ਆਪਣਾ ਨਹੀਂ ਹੈ। ਜੋ ਕੁਝ ਸਾਡੇ ਕੋਲ ਹੈ ਤੇਰਾ ਹੀ ਹੈ, ਤੇਰਾ ਹੀ ਅਸੀਂ ਤੈਨੂੰ ਭੇਟਾ ਕਰਦੇ ਹਾਂ। ਸੇਵਾ ਦਾ ਵੀ, ਪੁੰਨ ਦਾਨ ਦਾ ਵੀ ਹੰਕਾਰ ਨਹੀਂ ਕਰਨਾ, ਤੇਰਾ ਹੀ ਤੈਨੂੰ ਸੌਂਪਦੇ ਹਾਂ। ਕਿਆ ਲੱਗਾ ਮੇਰਾ, ਇਹਦੇ ਵਿੱਚ ਸਾਡਾ ਕੀ ਜ਼ੋਰ ਲੱਗਦਾ, ਸਾਡਾ ਕੀ ਮੁੱਲ ਲੱਗਦਾ ਹੈ? ਤੇਰਾ ਦਿੱਤਾ ਦਾਨ ਅਸੀਂ ਤੈਨੂੰ ਦੇ ਰਹੇ ਹਾਂ। ਜਦੋਂ ਇਹ ਭਾਵਨਾ ਸਾਡੇ ਅੰਦਰ ਪੈਦਾ ਹੋ ਜਾਵੇਗੀ, ਫਿਰ ਸੇਵਾ ਦਾ, ਦਾਨ ਦਾ ਵੀ ਹੰਕਾਰ ਨਹੀਂ ਪੈਦਾ ਹੁੰਦਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ। ਲਓ ਹੁਣ ਭਗਤ ਜੀ ਕਹਿੰਦੇ ਨੇ ਦਵੈਤ ਨੂੰ ਦੂਰ ਕਰਨ ਵਾਸਤੇ ਕੀ ਕਰਨਾ ਚਾਹੀਦਾ ਹੈ। ਹੁਣ ਭਗਤ ਜੀ ਫਰਮਾਉਂਦੇ ਨੇ ਵੀ ਵਾਹਿਗੁਰੂ ਦਾ ਸਿਮਰਨ ਕਰੋ। ਸਿਮਰਨ ਦੇ ਨਾਲ ਵੀ ਦਵੈਤ ਮੁੱਕ ਜਾਂਦੀ ਹੈ। ਸਿਮਰਨ ਕਿਵੇਂ ਕਰਨਾ ਹੈ? ਕਬੀਰ ਤੂੰ ਤੂੰ ਕਰਤਾ। ਕਬੀਰ ਭਗਤ ਜੀ ਕਹਿੰਦੇ ਨੇ ਤੂੰ ਤੂੰ ਪਰਮੇਸ਼ਰ ਦਾ ਨਾਮ ਹੈ। ਤੂੰ ਤੂੰ ਕਰਦਾ ਹੋਇਆ, ਵਾਹਿਗੁਰੂ ਵਾਹਿਗੁਰੂ ਜਪਦਾ ਹੋਇਆ, ਅਥਵਾ ਆਪਣੇ ਧਰਮ ਦੇ ਅਕੀਦੇ ਮੁਤਾਬਕ ਭਗਤ ਜੀ ਰਾਮ ਰਾਮ ਜਪਦੇ ਸਨ। ਵੀ ਮੈਂ ਤੂੰ ਤੂੰ ਕਰਦਾ ਹੋਇਆ, ਰਾਮ ਰਾਮ ਕਰਦਾ ਹੋਇਆ, ਵਾਹਿਗੁਰੂ ਵਾਹਿਗੁਰੂ ਜਪਦਾ ਹੋਇਆ, ਤੂੰ ਹੁਆ, ਮੈਂ ਤੇਰਾ ਰੂਪ ਹੋ ਗਿਆ ਹਾਂ। ਦੁਬਦਾ ਦੂਰ ਹੋ ਗਈ ਹੈ, ਦਵੈਤ ਮਿਟ ਗਈ ਹੈ, ਮੁਝ ਮੈਂ ਰਹਾ ਨਾ ਹੂੰ। ਤੇ ਹੁਣ ਮੇਰੇ ਵਿੱਚ ਹੂੰ ਦਾ ਅਰਥ ਹੈ ਹੰਕਾਰ,
ਉਹ ਨਹੀਂ ਰਿਹਾ। ਹੂੰ ਦਾ ਅਰਥ ਹੈ ਮੈਂ ਦਾ ਭਾਵ, ਹਉਮੈ ਦਾ ਸੰਸਕਾਰ ਵੀ ਨਾਸ ਹੋ ਗਿਆ ਹੈ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂ। ਹੇ ਵਾਹਿਗੁਰੂ ਜੀ, ਜਦੋਂ ਸਾਡੇ ਮਨ ਵਿੱਚੋਂ ਆਪਣੇ ਤੇ ਪਰਾਏ ਦਾ ਫਰਕ ਦੂਰ ਹੋ ਗਿਆ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤੋਂ ਮੇਲ ਕੀਓ ਮੇਰਾ ਰਾਜਨ। ਜਦੋਂ ਆਪਣੇ ਪਰਾਏ ਦਾ ਫਰਕ ਮਿਟ ਗਿਆ, ਵਿਤਕਰਾ ਦੂਰ ਹੋ ਗਿਆ, ਜਤ ਦੇਖੋ ਤਤ ਤੂੰ, ਫਿਰ ਜਿੱਧਰ ਮੈਂ ਦੇਖਦਾ ਹਾਂ ਉਸੇ ਪਾਸੇ ਹੇ ਵਾਹਿਗੁਰੂ ਤੂੰ ਹੀ ਮੈਨੂੰ ਨਜ਼ਰ ਆਉਂਦਾ। ਸਰਬ ਜੋ ਤੇਰੀ ਪਸਰ ਰਹੀ, ਜਹ ਜਹ ਦੇਖਾਂ ਤੈ ਨਰ ਹਰੀ। ਜਿਵੇਂ ਭਾਈ ਕਨ੍ਹਈਆ ਜੀ ਦੀ ਬ੍ਰਹਮ ਦ੍ਰਿਸ਼ਟੀ ਸੀ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਉਹ ਸਿੰਘਾਂ ਨੂੰ ਵੀ, ਪਹਾੜੀਆਂ ਨੂੰ ਵੀ, ਤੁਰਕਾਂ ਨੂੰ ਵੀ ਜਲ ਛਕਾਈ ਜਾਂਦੇ ਸਨ। ਕਿਉਂ? ਉਹਨਾਂ ਦੇ ਮਨ ਦੇ ਵਿੱਚੋਂ ਦੁਬਦਾ ਦੁਐਤ ਦੂਰ ਹੋ ਗਈ ਸੀ। ਉਹਨਾਂ ਨੂੰ ਸਾਰਿਆਂ ਦੇ ਵਿੱਚ ਹੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਜੋਤ ਦਿਖਾਈ ਦਿੰਦੀ ਸੀ। ਸਰਬ ਜੋਤ ਤੇਰੀ ਪਸਰ ਰਹੀ, ਜਹ ਜਹ ਦੇਖਾਂ ਤੈ ਨਰ ਹਰੀ। ਇਹ ਅਵਸਥਾ ਕਿਸੇ ਵਿਰਲੇ ਗੁਰਸਿੱਖ ਦੀ ਬਣਦੀ ਹੈ। ਕਬੀਰ ਵਿਕਾਰ ਹੈ ਚਿਤਵਤੇ, ਝੂਠੇ ਕਰਤੇ ਆਸ। ਲਓ ਹੁਣ ਕਬੀਰ ਭਗਤ ਜੀ ਨੇ ਇਹਨਾਂ ਦੋਨਾਂ ਸ਼ਲੋਕਾਂ ਦੇ ਵਿੱਚ ਦੁਬਦਾ ਨੂੰ ਦੂਰ ਕਰਨ ਦਾ ਤਰੀਕਾ ਦੱਸਿਆ। ਹੁਣ ਅੱਗੇ ਜਿਹੜਾ ਸ਼ਲੋਕ ਆ ਰਿਹਾ ਹੈ, ਇਹਦੇ ਵਿੱਚ ਭਗਤ ਕਬੀਰ ਜੀ ਜਿਹੜੇ ਸੰਸਾਰੀ ਪੁਰਸ਼ ਨੇ, ਵਿਸ਼ਈ ਪੁਰਸ਼ ਨੇ, ਉਹਨਾਂ ਦੀ ਹਾਲਤ ਬਿਆਨ ਕਰਦੇ ਹਨ। ਕਬੀਰ ਵਿਕਾਰ ਹੈ ਚਿਤਵਤੇ। ਕਬੀਰ ਭਗਤ ਜੀ ਕਹਿੰਦੇ ਨੇ ਬਹੁਤੇ ਇਹੋ ਜਿਹੇ ਲੋਕ ਨੇ, ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਵਿਕਾਰਾਂ ਨੂੰ ਹੀ ਚੇਤੇ ਕਰਦੇ ਰਹਿੰਦੇ ਨੇ। ਉਹਨਾਂ ਦੀ ਸੋਚ ਇਹਨਾਂ ਵਿਕਾਰਾਂ ਦੇ ਵਿੱਚ ਹੀ ਜੁੜੀ ਰਹਿੰਦੀ ਹੈ। ਝੂਠੇ ਕਰਤੇ ਆਸ, ਜਿਹੜੇ ਦੁਨੀਆ ਦੇ ਪਦਾਰਥ ਝੂਠੇ ਨੇ, ਉਹਨਾਂ ਦੀ ਬੜੀ ਆਸ ਕਰਦੇ ਨੇ। ਸਾਨੂੰ ਧਨ ਮਿਲ ਜਾਵੇ, ਵਸਤਰ ਮਿਲ ਜਾਣ, ਡੇਰਾ ਮਿਲ ਜਾਵੇ, ਹੋਰ ਸਾਨੂੰ ਸਾਰੇ ਸੁੱਖ ਮਿਲ ਜਾਣ, ਚੰਗੀਆਂ ਗੱਡੀਆਂ ਮਿਲ ਜਾਣ। ਇਹ ਝੂਠੇ ਪਦਾਰਥਾਂ ਦੀ ਆਸ ਕਰਦੇ ਰਹਿੰਦੇ ਹਨ। ਮਨੋਰਥ ਕੋਏ ਨਾ ਪੂਰਿਓ, ਚਾਲੇ ਊਠ ਨਿਰਾਸ। ਹੁਣ ਉਹ ਵਾਹਿਗੁਰੂ ਦਾ ਸਿਮਰਨ ਤਾਂ ਕਰਦੇ ਨਹੀਂ। ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੈ ਨਾਮ ਵਿਸਾਰੀ। ਸੰਸਾਰ ਇਹੋ ਜਿਹਾ ਮਸ਼ਕਰਾ ਹੈ, ਜੌਕਰ ਹੈ। ਇਹ ਰੱਬ ਦਾ ਨਾਮ ਤੇ ਜਪਦਾ ਨਹੀਂ, ਭਾਲਦਾ ਸਾਰੇ ਸੁੱਖ ਮੈਨੂੰ ਮਿਲ ਜਾਣ। ਸੁੱਖ ਤਾਂ ਨਾਮ ਦੁਆਰਾ ਪ੍ਰਾਪਤ ਹੁੰਦੇ ਨੇ, ਨਾਮ ਜਪਣਾ ਕੋਈ ਨਹੀਂ। ਇਸੇ ਲਈ ਭਗਤ ਜੀ ਕਹਿੰਦੇ ਨੇ ਮਨੋਰਥ ਕੋਈ ਨਾ ਪੂਰਿਓ। ਉਹਨਾਂ ਦੇ ਮਨ ਦਾ ਕੋਈ ਵੀ ਫੁਰਨਾ, ਕੋਈ ਵੀ ਸੰਕਲਪ ਪੂਰਾ ਨਹੀਂ ਹੁੰਦਾ। ਚਾਲੇ ਊਠ ਨਿਰਾਸ, ਜਦੋਂ ਅੰਨ ਦਾ ਸਮਾਂ ਆਉਂਦਾ ਉਹ ਨਿਰਾਸ਼ ਹੋ ਕੇ, ਢੇਰੀ ਢਾਹ ਕੇ ਇੱਥੋਂ ਉੱਠ ਕੇ ਚਲੇ ਜਾਂਦੇ ਹਨ। ਕਬੀਰ ਹਰਿ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਫਿਰ ਭਗਤ ਜੀ ਦੇ ਪਾਸ ਕਿਸੇ ਪ੍ਰੇਮੀ ਨੇ ਬੇਨਤੀ ਕੀਤੀ, ਮਹਾਰਾਜ ਫਿਰ ਇਸ ਮਨੁੱਖ ਨੂੰ ਸੁੱਖ ਕਿਵੇਂ ਮਿਲ ਸਕਦਾ? ਤਾਂ ਭਗਤ ਜੀ ਇਹਦਾ ਉੱਤਰ ਦਿੰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਿਮਰਨ ਕਰੋ। ਕਬੀਰ ਹਰਿ ਕਾ ਸਿਮਰਨ ਜੋ ਕਰੈ। ਕਬੀਰ ਭਗਤ ਜੀ ਕਹਿੰਦੇ ਨੇ ਜਿਹੜਾ ਮਨੁੱਖ ਕੋਈ ਵੀ ਗੁਰਸਿੱਖ ਮਾਈ ਭਾਈ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਜਿਵੇਂ ਸਤਿਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਾਲਕੀ ਉਠ ਹਰ ਨਾਮ ਤੇ ਆਵੇ। ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਸੋ ਸੁਖੀਆ ਸੰਸਾਰ, ਭਾਈ ਉਹੀ ਸੰਸਾਰ ਦੇ ਵਿੱਚ ਸੁਖੀ ਰਹਿੰਦਾ ਹੈ। ਇਤ ਉਤ ਕਤਹਿ ਨਾ ਡੋਲਈ, ਜਿਸ ਰਾਖੈ ਸਿਰਜਨਹਾਰ। ਫਿਰ ਉਹਦਾ ਇੱਧਰ ਉੱਧਰ ਜਿਹੜੇ ਮਾਇਆ ਦੇ ਰੰਗ ਨੇ, ਮਾਇਆ ਦੇ ਤਮਾਸ਼ੇ ਨੇ, ਜਿਹੜੇ ਮਾਇਆ ਦੇ ਕਈ ਤਰ੍ਹਾਂ ਦੇ ਕੌਤਕ ਨੇ, ਉਹਨਾਂ ਨੂੰ ਵੇਖ ਕੇ ਇੱਧਰ ਉੱਧਰ ਉਹਦਾ ਕਦੇ ਮਨ ਨਹੀਂ ਡੋਲਦਾ। ਜਿਸ ਰਾਖੈ ਸਿਰਜਨਹਾਰ, ਜਿਸ ਦੀ ਰੱਖਿਆ ਸਿਰਜਨਹਾਰ ਪਰਮ ਪਿਤਾ ਪ੍ਰਮਾਤਮਾ ਆਪ ਕਰਦਾ ਹੈ, ਤੇ ਭਾਈ ਉਹ ਆਦਮੀ ਸੰਸਾਰ ਦੇ ਵਿੱਚ ਸੁਖੀ ਰਹਿੰਦਾ ਹੈ। ਕਬੀਰ ਕਹਾਣੀ ਪੀੜ ਤੇ, ਸਤਿਗੁਰ ਲੀਏ ਛੜਾਏ। ਲੋ ਭਗਤ ਜੀ ਕਹਿੰਦੇ ਨੇ, ਆ ਜਿਹੜੇ ਸੰਸਾਰੀ ਜੀਵ ਨੇ, ਜਿਹੜੇ ਸਾਰਾ ਦਿਨ
ਰੋਜੀ ਰੋਟੀ ਦੀ ਭਾਲ ਦੇ ਵਿੱਚ ਹੀ ਸਮਾਂ ਬਰਬਾਦ ਕਰਦੇ ਰਹਿੰਦੇ ਨੇ। ਕਦੇ ਭਗਤੀ ਨਹੀਂ ਕਰਦੇ, ਕਦੇ ਨਾਮ ਨਹੀਂ ਜਪਦੇ, ਕਦੇ ਨਿਤਨੇਮ ਨਹੀਂ ਕਰਦੇ, ਅੰਮ੍ਰਿਤ ਵੇਲੇ 5 ਬਾਣੀਆਂ ਦਾ ਪਾਠ ਵੀ ਨਹੀਂ ਕਰਦੇ, ਸ਼ਾਮ ਨੂੰ ਰਹਿ ਰਾਤ ਸੌਣ ਲੱਗਿਆਂ ਸੋਹਿਲਾ ਵੀ ਨਹੀਂ ਪੜ੍ਹਦੇ। ਇਹੋ ਜਿਹੇ ਲੋਕਾਂ ਦੇ ਬਾਰੇ ਭਗਤ ਜੀ ਕਹਿੰਦੇ ਨੇ, ਕਬੀਰ ਕਹਾਣੀ ਪੀੜਦੇ। ਅਸੀਂ ਵੀ ਇਹ ਕਹਾਣੀ ਪੀੜਦੇ ਰਹੇ ਹਾਂ। ਕਹਾਣੀ ਪੀੜਨ ਤੋਂ ਮੁਰਾਦ ਹੈ ਆਹ ਜਿਹੜੇ ਘਰ ਦੇ ਜੰਜਾਲ ਨੇ, ਘਰ ਦੇ ਕੰਮਕਾਰ ਨੇ, ਇਹ ਜਿਹੜੇ ਖਲ ਜਗਣ ਨੇ, ਇਹ ਜਿਹੜੇ ਧੰਦੇ ਨੇ, ਇਹ ਕਹਾਣੀ ਪੀੜਨ ਵਾਲਾ ਹੀ ਕੰਮ ਹੈ। ਅਸੀਂ ਵੀ ਇਹ ਧੰਦਿਆਂ ਦੀ, ਜੰਜਾਲਾਂ ਦੀ ਕਹਾਣੀ ਪੀੜਦੇ ਰਹੇ ਹਾਂ। ਸਤਿਗੁਰ ਲੀਏ ਛਡਾਏ, ਪਰ ਸਾਡੇ 'ਤੇ ਸਤਿਗੁਰੂ ਦੀ ਕਿਰਪਾ ਹੋ ਗਈ ਅਤੇ ਸਾਨੂੰ ਇਸ ਔਖੀ ਘਾਲ ਤੋਂ ਛਡਾ ਲਿਆ ਹੈ। ਪਹਿਲਾਂ ਕਬੀਰ ਭਗਤ ਜੀ ਰਾਮਾਨੰਦ ਜੀ ਦੇ ਚੇਲੇ ਬਣੇ। ਉਹਨਾਂ ਨੇ ਘਰ ਦਾ, ਪਰਿਵਾਰ ਦਾ ਮੋਹ ਤਿਆਗ ਕਰਵਾ ਦਿੱਤਾ। ਫਿਰ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਣੇ ਅਤੇ ਫਿਰ ਉਹਨਾਂ ਦੀ ਕਿਰਪਾ ਦੁਆਰਾ ਜੋ ਕਹਾਣੀ ਪੀੜਦੇ ਸਨ, ਭਾਵ ਆਪਣੇ ਪਰਿਵਾਰ ਲਈ ਹੀ ਸੋਚਣਾ, ਦਿਨੇ ਰਾਤ ਤੇਲੀ ਦੇ ਬਲਦ ਵਾਂਗੂ ਕੋਹਲੂ ਦੇ ਆਲੇ ਦੁਆਲੇ ਚੱਕਰ ਕੱਟੀ ਜਾਣੇ, ਅਸੀਂ ਵੀ ਇਹ ਕਹਾਣੀ ਪੀੜਦੇ ਸੀ, ਪਰ ਸਾਨੂੰ ਸਤਿਗੁਰੂ ਨੇ ਛਡਾ ਲਿਆ ਹੈ। ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਇਹ ਗੱਲ ਕਿਵੇਂ ਹੋਈ? ਭਗਤ ਜੀ ਕਹਿੰਦੇ ਨੇ, ਪਰਾ ਪੂਰਬਲੀ ਭਾਵਨੀ, ਕੋਈ ਪਰਾ ਉਤਕ੍ਰਿਸ਼ਟ, ਪੂਰਬਲੀ ਪਿਛਲੇ ਜਨਮਾਂ ਦੀ ਕੋਈ ਚੰਗੀ ਭਾਵਨਾ, ਸ਼ਰਧਾ ਜਾਗ ਪਈ, ਪ੍ਰਗਟ ਹੋਈ ਆਏ। ਪਿਛਲੇ ਜਨਮਾਂ ਦੀ ਕੋਈ ਪਿਛਲੇ ਪੁੰਨ ਕਰਮਾਂ ਦੀ ਸ਼ਰਧਾ ਭਾਵਨਾ ਸਾਡੇ ਅੰਦਰ ਆ ਕੇ ਪ੍ਰਗਟ ਹੋ ਗਈ ਅਤੇ ਇਸੇ ਕਰਕੇ ਸੱਚੇ ਸਤਿਗੁਰੂ ਦੇ ਦੀਦਾਰ ਹੋ ਗਏ ਅਤੇ ਸਤਿਗੁਰੂ ਨੇ ਨਾਮ ਦੀ ਦਾਤ ਬਖਸ਼ੀ, ਸ਼ਬਦ ਦੀ ਦਾਤ ਬਖਸ਼ੀ, ਗੁਰਸਿੱਖੀ ਦੀ ਦਾਤ ਬਖਸ਼ੀ, ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਗੁਰੂ ਮਹਾਰਾਜ ਨੇ ਸਾਨੂੰ ਇਸ ਔਖੇ ਕੰਮ ਤੋਂ, ਜੰਜਾਲਾਂ ਤੋਂ ਬਚਾ ਲਿਆ। ਕਬੀਰ ਟਾਲੇ ਟੋਲੇ ਦਿਨ ਗਿਆ, ਵਿਆਜ ਬੜੰਤੋ ਜਾਏ। ਲੋ ਭਗਤ ਜੀ ਕਹਿੰਦੇ ਨੇ, ਅਸੀਂ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਜਦੋਂ ਆਏ ਆ ਨਾ, ਉਸ ਵੇਲੇ ਇੱਕ ਵਾਅਦਾ ਕਰਕੇ ਆਏ ਸੀ। ਉਹ ਵਾਅਦਾ ਕੀ ਸੀ? ਹੇ ਵਾਹਿਗੁਰੂ, ਤੂੰ ਸਾਨੂੰ ਕੀਮਤੀ ਸਵਾਸ ਦੇ ਕੇ ਭੇਜ ਰਿਹਾ ਸੰਸਾਰ ਦੇ ਵਿੱਚ, ਅਤੇ ਅਸੀਂ ਸੰਸਾਰ ਵਿੱਚ ਜਾ ਕੇ ਸਵਾਸ ਤੇਰਾ ਸਿਮਰਨ ਕਰਾਂਗੇ। ਪਰ ਹੁੰਦਾ ਕੀ ਹੈ, ਜਦੋਂ ਮਨੁੱਖ ਜਨਮ ਲੈਂਦਾ ਹੈ, ਵਿੱਚੋਂ ਗਰਭ ਹੈ ਨਿਕਲ ਆਇਆ, ਖਾਸਮ ਵਿਸਾਰ ਦੁਨੀ ਚਿਤ ਲਾਇਆ, ਇਹਨੂੰ ਪਰਮੇਸ਼ਰ ਭੁੱਲ ਜਾਂਦਾ ਹੈ ਅਤੇ ਫਿਰ ਇਹਦਾ ਮਾਇਆ ਦੇ ਨਾਲ ਮੋਹ ਪੈ ਜਾਂਦਾ। ਕਿਵੇਂ ਪੈਂਦਾ? ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਪਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛਿਆ ਜਾਤ, ਸਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਾਂ ਨਾਸ, ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸੁਆਹ। ਬਸ ਇਹ 10 ਪੜਾਅ ਨੇ ਜ਼ਿੰਦਗੀ ਵਿੱਚ, ਇਹਨਾਂ ਵਿੱਚ ਹੀ ਸਾਡਾ ਸਮਾਂ ਲੰਘ ਜਾਂਦਾ। ਕਬੀਰ ਭਗਤ ਜੀ ਕਹਿੰਦੇ ਨੇ, ਅਸੀਂ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਵਾਅਦਾ ਕੀਤਾ ਸੀ ਨਾ ਵੀ ਅਸੀਂ ਤੇਰਾ ਸਵਾਸ ਸਿਮਰਨ ਕਰਾਂਗੇ, ਉਹ ਗੱਲ ਸਾਨੂੰ ਭੁੱਲ ਹੀ ਗਈ। ਜੇ ਕੋਈ ਰੱਬ ਦਾ ਪਿਆਰਾ, ਕੋਈ ਗੁਰਮੁਖ ਬੰਦਾ, ਕੋਈ ਮਹਾਂਪੁਰਖ ਯਾਦ ਵੀ ਕਰਵਾਉਂਦਾ, ਭਾਈ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ, ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਇਸ਼ਨਾਨ, ਫਿਰ ਨਿਤਨੇਮ ਕਰੋ, ਸਿਮਰਨ ਕਰੋ। ਜਦੋਂ ਕੋਈ ਗੱਲ ਯਾਦ ਵੀ ਕਰਾਉਂਦਾ ਹੈ ਨਾ, ਅਤੇ ਭਗਤ ਜੀ ਕਹਿੰਦੇ ਨੇ, ਕਬੀਰ ਟਾਲਾ ਟੋਲਾ ਦਿਨ ਗਿਆ, ਟਾਲ ਮਟੋਲ ਕਰਦੇ ਹਾਂ, ਚਲੋ ਜੀ ਕਰ ਲਾਂਗੇ ਨਿਤਨੇਮ, ਹੋ ਜੂਗਾ, ਬਸ ਟਾਲ ਮਟੋਲ ਕਰਦਿਆਂ ਹੋਇਆਂ ਸਾਰਾ ਦਿਨ ਬੀਤ ਜਾਂਦਾ ਹੈ। ਵਿਆਜ ਬੜੰਤੋ ਜਾਏ। ਹੁਣ ਜਿਹੜੇ ਕੀਮਤੀ ਸਵਾਸ ਅਸੀਂ ਲੈ ਕੇ ਆਏ ਹਾਂ, ਉਹ ਤਾਂ ਘਟਦੇ ਜਾ ਰਹੇ ਨੇ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੁਛ ਰਹਿਣ ਸਿਰ ਨਾਹੀ, ਸੰਗ ਚਲਤੈ ਹਮ ਵੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਸਾਡੇ ਸਿਰ ਵਿਆਜ ਵੱਧਦਾ ਜਾ ਰਿਹਾ ਹੈ, ਭਾਵ ਸਵਾਸਾਂ ਦੀ ਪੂੰਜੀ ਘਟਦੀ ਜਾ ਰਹੀ ਹੈ। ਅਸੀਂ ਉਹਨੂੰ ਖਰਚੀ ਜਾਂਦੇ ਹਾਂ, ਉਹਨੂੰ ਮੁਕਾਈ ਜਾਂਦੇ ਹਾਂ, ਅਤੇ ਜਿਹੜਾ ਸਾਡੇ ਸਿਰ ਉੱਤੇ ਕਰਜ਼ਾ ਹੈ ਨਾ, ਉਹ ਕਰਜ਼ੇ ਦਾ ਭਾਰ ਸਾਡੇ ਸਿਰ ਉੱਤੇ ਵੱਧਦਾ ਜਾਂਦਾ। ਜਿਵੇਂ ਕੋਈ ਆਦਮੀ
ਕਿਸੇ ਤੋਂ ਕਰਜ਼ਾ ਲੈ ਲਵੇ। ਕਈ ਜਿਹੜੇ ਕਿਸਾਨ ਨੇ, ਕਈ ਲੋਕ ਨੇ, ਬੈਂਕਾਂ ਤੋਂ ਵੀ ਕਰਜ਼ਾ ਲੈਂਦੇ ਨੇ, ਕਈ ਆੜ੍ਹਤੀਆਂ ਤੋਂ ਕਰਜ਼ਾ ਚੁੱਕ ਲੈਂਦੇ ਨੇ, ਅਤੇ ਫਿਰ ਸਮੇਂ ਸਿਰ ਉਹਦੀ ਕਿਸ਼ਤ ਵੀ ਮੋੜਨੀ ਚਾਹੀਦੀ ਹੈ। ਪਰ ਕਈ ਉਸ ਤੋਂ ਅਣਗਹਿਲੀ ਕਰਦੇ ਨੇ, ਪੈਸੇ ਨੂੰ ਦੇਖ ਕੇ ਉਹਨਾਂ ਦਾ ਦਿਮਾਗ ਹੀ ਬਦਲ ਜਾਂਦਾ ਹੈ। ਪੈਸਾ ਲੈ ਕੇ ਕਿਤੇ ਹੋਰ ਵਰਤ ਲੈਂਦੇ ਨੇ, ਜਿਹੜੇ ਕੰਮ ਲਈ ਲਿਆ ਹੁੰਦਾ ਹੈ ਉਹ ਕੰਮ ਅਧੂਰਾ ਰਹਿ ਜਾਂਦਾ ਹੈ। ਫਿਰ ਪੈਸੇ ਮੁੜਦੇ ਵੀ ਹੈ ਨਹੀਂ, ਅਤੇ ਫਿਰ ਹੱਥ ਖੜ੍ਹੇ ਕਰ ਦਿੰਦੇ ਨੇ, ਅਸੀਂ ਨਹੀਂ ਦੇ ਸਕਦੇ। ਆਹ ਕੁਝ ਲੋਕਾਂ ਦਾ ਹਾਲ ਹੈ। ਭਗਤ ਜੀ ਕਹਿੰਦੇ ਨੇ ਇਸੇ ਤਰ੍ਹਾਂ ਅਸੀਂ ਰੱਬ ਦੇ ਨਾਲ ਵੀ ਕਰਦੇ ਹਾਂ। ਟਾਲ ਮਟੋਲ ਕਰਦਿਆਂ ਹੋਇਆਂ ਸਾਡਾ ਸਾਰਾ ਦਿਨ ਲੰਘ ਜਾਂਦਾ। ਅਸੀਂ ਜੀ ਸੰਥਿਆ ਕਰ ਲਾਂਗੇ, ਸੇਵਾ ਕਰ ਲਾਂਗੇ, ਬਾਣੀ ਪੜ੍ਹ ਲਾਂਗੇ, ਨਿਤਨੇਮ ਕਰ ਲਾਂਗੇ, ਕਰਦੇ ਹੈ ਨਹੀਂ। ਪ੍ਰਮਾਦ ਕਿਹਨੂੰ ਕਹਿੰਦੇ ਨੇ? ਕਾਰਨ ਯੋਗ ਜੋ ਵਸਤ ਹੈ ਤਾਂ ਕਿ ਇੱਛਾ ਹੋਏ, ਤਾਂ ਕੋ ਨਾ ਫੁਨ ਕੀਜੀਏ ਪ੍ਰਮਾਦ ਕਹਾਵੈ ਸੋਏ। ਪਤਾ ਹੈ ਵੀ ਇਹ ਕੰਮ ਜ਼ਰੂਰੀ ਹੈ, ਕੰਮ ਕਰਨ ਵਾਲਾ ਹੈ, ਅਤੇ ਇਹਨੂੰ ਕਰਨਾ ਚਾਹੀਦਾ, ਪਰ ਫਿਰ ਵੀ ਨਹੀਂ ਅਸੀਂ ਕਰਦੇ। ਬਸ ਟਾਲ ਮਟੋਲ ਕਰਦਿਆਂ ਹੋਇਆਂ ਦਿਨ ਲੰਘਾ ਦਿੰਦੇ ਹਾਂ, ਅਤੇ ਜਿਹੜਾ ਵਿਆਜ ਵੱਧਦਾ ਜਾਂਦਾ ਹੈ ਅਤੇ ਮੂਲ ਪੂੰਜੀ ਘਟਦੀ ਜਾ ਰਹੀ ਹੈ। ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਹੁੰਦਾ ਕੀ ਹੈ? ਭਗਤ ਕਬੀਰ ਜੀ ਦੀ ਬਾਣੀ ਵਿੱਚ ਹੀ ਬਚਨ ਆਉਂਦੇ ਨੇ, 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੁਖ ਭੁਜੰਗ ਬਲਿਓ। ਭਗਤ ਜੀ ਕਹਿੰਦੇ ਨੇ 12 ਸਾਲ ਬਚਪਨ ਦੇ ਲੰਘ ਜਾਂਦੇ ਨੇ ਖੇਡਦਿਆਂ ਮੱਲਦਿਆਂ ਹੋਇਆਂ, 30 ਸਾਲ ਜਵਾਨੀ ਦੇ, 12 ਸਾਲ ਤੋਂ ਬਾਅਦ ਅਗਲੇ 30 ਸਾਲ ਉਹ ਸਾਡੇ ਚਾਵਾਂ ਮਲ੍ਹਾਰਾਂ ਦੇ ਵਿੱਚ ਵਿਸ਼ੇ ਨਸ਼ੇ ਭੋਗਦਿਆਂ ਉਹ ਵੀ ਬੀਤ ਜਾਂਦੇ ਨੇ। ਉਦੋਂ ਵੀ ਕੋਈ ਭਗਤੀ ਨਹੀਂ ਕੀਤੀ, ਉਦੋਂ ਵੀ ਕੋਈ ਸੇਵਾ ਨਹੀਂ ਕੀਤੀ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ। 20 ਤੋਂ ਜਿਹੜੇ 20 ਸਾਲ ਸਨ, 12 ਸਾਲ ਤੋਂ ਅਗਲੇ 20 ਸਾਲ, ਉਦੋਂ ਵੀ ਕੋਈ ਜਪ ਤਪ ਨਾ ਕੀਤਾ। 30 ਬਰਸ ਉਦੋਂ ਅੱਗੇ ਜਿਹੜੇ 30 ਸਾਲ ਨੇ, 32 ਸਾਲ ਹੋ ਗਏ, 32 ਸਾਲ ਤੋਂ ਅੱਗੇ ਜਿਹੜੇ 30 ਸਾਲ ਨੇ, 62 ਸਾਲ ਤੱਕ ਦੀ ਉਮਰ ਦੇ, ਅਤੇ ਉਸ ਵੇਲੇ ਵੀ ਕੋਈ ਗੁਰੂ ਗ੍ਰੰਥ ਸਾਹਿਬ ਦੀ ਪੂਜਾ, ਮਹਾਂਪੁਰਖਾਂ ਦੀ ਸੇਵਾ ਟਹਿਲ ਨਹੀਂ ਕੀਤੀ। ਫਿਰ 62 ਸਾਲ ਦਾ ਹੋ ਕੇ ਬੁੱਢਾ ਹੋ ਜਾਂਦਾ ਹੈ, ਫਿਰ ਪਛਤਾਉਂਦਾ ਵੀ ਮੈਂ ਤੇ ਆਪਣਾ ਜੀਵਨ ਅਜਾਈਂ ਗਵਾ ਲਿਆ। ਭਗਤ ਜੀ ਕਹਿੰਦੇ ਨੇ ਸਮੇਂ ਦੀ ਸਫਲਤਾ ਵਾਸਤੇ ਸਾਨੂੰ ਪਹਿਲਾਂ ਯਤਨ ਕਰਨਾ ਚਾਹੀਦਾ, ਆਲਸ ਨਹੀਂ ਕਰਨੀ ਚਾਹੀਦੀ, ਟਾਲ ਮਟੋਲ ਨਹੀਂ ਕਰਨੀ ਚਾਹੀਦੀ। ਨਾ ਹਰ ਭਜਿਓ, ਅਤੇ ਨਾ ਅਸੀਂ ਵਾਹਿਗੁਰੂ ਦਾ ਭਜਨ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ। ਉਮਰ ਤਾਂ ਲੰਘਦੀ ਜਾ ਰਹੀ ਹੈ, ਇਹ ਜਿਹੜਾ ਮੂਲ ਪੂੰਜੀ ਘਟਦੀ ਜਾ ਰਹੀ ਹੈ, ਅਤੇ ਜਿਹੜਾ ਵਿਆਜ ਵੱਧਦਾ ਜਾ ਰਿਹਾ ਹੈ, ਸਾਡੇ ਸਿਰ 'ਤੇ ਪਾਪਾਂ ਦਾ ਭਾਰ, ਪਾਪਾਂ ਦਾ ਕਰਜ਼ਾ ਵੱਧਦਾ ਜਾ ਰਿਹਾ। ਨਾ ਅਸੀਂ ਵਾਹਿਗੁਰੂ ਦਾ ਭਜਨ ਕੀਤਾ, ਅਤੇ ਨਾ ਹੀ ਖਤ ਪਟਿਓ, ਅਤੇ ਨਾ ਹੀ ਜਿਹੜਾ ਲਿਖੇ ਦਾ ਖਤ ਦਾ ਅਰਥ ਹੈ, ਜਿਹੜਾ ਚਿੱਠਾ ਸੀ, ਕਾਗਜ਼ ਸੀ, ਰਜਿਸਟਰ ਸੀ, ਵਹੀ ਖਾਤਾ ਸੀ, ਨਾ ਉਹੀ ਫਟਿਆ। ਚਾਹੀਦਾ ਇਹ ਸੀ ਮਨੁੱਖੀ ਜੀਵਨ ਹੀਰੇ ਵਰਗੇ ਅਮੋਲਕ ਜਨਮ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਦਾ ਭਜਨ ਕਰਦੇ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮਰਾਜ ਦੇ ਕਾਗਜ਼ ਪੜਵਾ ਦਿੰਦੇ, ਪਰ ਅਸੀਂ ਇਹ ਕੰਮ ਕੀਤਾ ਹੀ ਨਹੀਂ, ਭਜਨ ਕੀਤਾ ਹੀ ਨਹੀਂ, ਅਤੇ ਹੁਣ ਉਹ ਹਿਸਾਬ ਕਿਤਾਬ ਦਾ ਖਾਤ ਚਿੱਠਾ ਕਿੱਥੋਂ ਫਟਣਾ ਸੀ। ਕਾਲ ਪਹੁੰਚੋਂ ਆਏ, ਆਖਿਰ ਜਿਹੜਾ ਕਾਲ ਦਾ ਸਮਾਂ ਆ ਕੇ ਪਹੁੰਚ ਗਿਆ, ਅਤੇ ਜਿਹੜਾ ਕੰਮ ਕਰਨਾ ਸੀ ਉਸ ਪਾਸੇ ਧਿਆਨ ਨਹੀਂ ਦਿੱਤਾ, ਅਤੇ ਫਿਰ ਦਰਗਾਹੀ ਸੱਦਾ ਆ ਗਿਆ। ਇੱਥੋਂ ਨਿਰਾਸ਼ ਹੋ ਕੇ ਰੋਂਦੇ ਕਰਲਾਉਂਦਿਆਂ ਜਾਣਾ ਪਿਆ। ਮਹੱਲਾ ਪੰਜਵਾ। ਕਬੀਰ ਕੂਕਰ ਭੌਕਣਾ, ਕਰੰਗ ਪਿਛੈ ਉਠ ਧਾਏ। ਹੁਣ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਸਿਰਲੇਖ ਹੇਠਾਂ ਅੱਗੇ ਜਿਹੜੇ ਕੁਝ ਸ਼ਲੋਕ ਆ ਰਹੇ ਨੇ, ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚ ਇਹ ਵੀ ਸ਼ਲੋਕ ਜਿਹੜੇ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਦਰਜ ਕੀਤੇ। ਸੰਪਰਦਾਇ ਵਿੱਚ ਮਹਾਂਪੁਰਖ ਇਹ ਵੀ ਬਚਨ ਸਰਵਣ ਕਰਵਾਉਂਦੇ ਸਨ ਬਈ ਗੁਰੂ ਅਰਜਨ ਦੇਵ ਮਹਾਰਾਜ ਨੇ ਭਗਤ ਕਬੀਰ ਜੀ ਦੀ ਬਾਣੀ ਵਿੱਚ ਆਪਣੇ ਸ਼ਲੋਕ ਤਾਂ ਲਿਖੇ ਨੇ
ਇਹ ਉਹਨਾਂ ਨੂੰ ਸਰੋਪਾਓ ਦਿੱਤਾ ਹੈ, ਉਹਨਾਂ ਨੂੰ ਸਨਮਾਨ ਭੇਟ ਕੀਤਾ ਹੈ ਵੀ ਅਸੀਂ ਤੁਹਾਡੀ ਬਾਣੀ ਨੂੰ ਪ੍ਰਵਾਨ ਕੀਤਾ ਹੈ, ਅਸੀਂ ਤੁਹਾਡੀ ਬਾਣੀ ਨੂੰ ਆਪਣੇ ਬਰਾਬਰ ਸਮਝਿਆ ਹੈ। ਇਉਂ ਭਗਤ ਕਬੀਰ ਜੀ ਦੀ ਬਾਣੀ ਵਿੱਚ ਆਪਣੇ ਵੱਲੋਂ ਸ਼ਲੋਕ ਉਚਾਰਨ ਕਰਕੇ ਤੇ ਉਹਨਾਂ ਨੂੰ ਸਨਮਾਨ ਤੇ ਸਤਿਕਾਰ ਬਖਸ਼ਿਸ਼ ਕੀਤਾ ਹੈ, ਸਰੋਪਾਓ ਦਿੱਤਾ ਹੈ। ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਮਹਾਰਾਜ ਕਬੀਰ ਜੀ ਦੇ ਨਾਂ 'ਤੇ ਬਾਣੀ ਉਚਾਰਨ ਕਰਦੇ ਨੇ। ਕਬੀਰ ਕੂਕਰ ਭੌਂਕਣਾ। ਕਬੀਰ ਭਗਤ ਜੀ ਕਹਿੰਦੇ ਨੇ ਆਹ ਜਿਹੜਾ ਸਾਡਾ ਮਨ ਹੈ ਨਾ, ਭੌਂਕਣਾ ਦਾ ਅਰਥ ਹੈ ਭੌਂਕਣ ਵਾਲਾ ਕੁੱਤਾ। ਕਈ ਕੁੱਤੇ ਤਾਂ ਚੁੱਪ ਰਹਿੰਦੇ ਨੇ, ਸ਼ਾਂਤ ਰਹਿੰਦੇ ਨੇ, ਅਤੇ ਕਈ ਸਾਰੀ ਸਾਰੀ ਰਾਤ ਹੀ ਚੌਂ ਚੌਂ ਕਰਦੇ ਹੀ ਰਹਿੰਦੇ ਨੇ। ਕਬੀਰ ਭਗਤ ਜੀ ਕਹਿੰਦੇ ਨੇ ਸਾਡਾ ਮਨ ਹੈ ਇਹ ਭੌਂਕਣ ਵਾਲੇ ਕੁੱਤੇ ਵਰਗਾ ਹੈ, ਜਿਹੜਾ ਦਿਨ ਰਾਤ ਭੌਂਕਦਾ ਹੀ ਰਹਿੰਦਾ ਹੈ। ਕਰੰਗ ਪਿੱਛੇ ਉੱਠਦਾ ਏ, ਅਤੇ ਫਿਰ ਜਿਹੜੇ ਕਰੰਗ ਤੋਂ ਭਾਵ ਮਰੇ ਪਸ਼ੂਆਂ ਦੇ ਕਰੰਗ ਹੁੰਦੇ ਨੇ, ਪਿੰਜਰ ਹੁੰਦੇ ਨੇ, ਉਹਨਾਂ ਦੇ ਪਿੱਛੇ ਉੱਠ ਕੇ ਦੌੜ ਪੈਂਦਾ ਹੈ। ਸਾਡੇ ਮਨ ਦਾ ਸੁਭਾਵ ਹੈ ਜਿਵੇਂ ਹੱਡਾ ਰੋੜੀ ਦਾ ਕੁੱਤਾ ਹੁੰਦਾ ਹੈ ਨਾ, ਉਹ ਦੂਜੇ ਕੁੱਤਿਆਂ ਨਾਲੋਂ ਜ਼ਿਆਦਾ ਵੱਢਦਾ, ਜ਼ਿਆਦਾ ਭੌਂਕਦਾ। ਇਸੇ ਤਰ੍ਹਾਂ ਸਾਡਾ ਮਨ ਵੀ ਹੱਡਾ ਰੋੜੀ ਦੇ ਕੁੱਤੇ ਵਰਗਾ ਹੈ, ਕੂਕਰ ਭੌਂਕਣਾ। ਕਰੰਗ ਪਿੱਛੇ ਉੱਠਦਾ ਹੈ, ਅਤੇ ਜਿਹੜੇ ਪਰਾਏ ਤਨ ਨੇ, ਪਰਾਏ ਘਰ ਨੇ, ਅਤੇ ਉਹ ਕਰੰਗ ਵਾਂਗ ਨੇ, ਉਹਨਾਂ ਦੇ ਪਿੱਛੇ ਉੱਠ ਕੇ ਦੌੜਦਾ ਰਹਿੰਦਾ। ਇਹਦਾ ਮਤਲਬ ਇਹ ਹੈ ਕੋਈ ਚੰਗਾ ਰੂਪ ਦੇਖ ਕੇ ਫਿਰ ਉਹਦੇ ਮਗਰ ਤੁਰ ਪੈਂਦਾ ਹੈ, ਅਤੇ ਜੇ ਕੋਈ ਉਹਨੂੰ ਹਟਾਉਂਦਾ ਤਾਂ ਫਿਰ ਭੌਂਕਦਾ ਹੈ। ਇਹ ਹਾਲ ਮਨੁੱਖਾਂ ਦਾ ਹੋਇਆ ਹੈ। ਇਹ ਮਨੁੱਖ ਕੁੱਤਿਆਂ ਵਾਂਗੂ ਭੌਂਕਦੇ ਨੇ, ਅਤੇ ਕੁੱਤਿਆਂ ਵਾਂਗੂ ਹੱਡਾ ਰੋੜੇ ਦੇ ਕੁੱਤਿਆਂ ਵਾਂਗੂ ਮੁਰਦਾਰ ਖਾਂਦੇ ਫਿਰਦੇ ਹਨ। ਕਰਮੀ ਸਤਿਗੁਰ ਪਾਇਆ ਜਿਨ੍ਹੋਂ ਲਿਆ ਛੜਾਏ। ਲੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਬੀਰ ਜੀ ਇਹ ਗੱਲ ਕਹਿੰਦੇ ਨੇ ਕਰਮੀ ਸਤਿਗੁਰ ਪਾਇਆ। ਅਸੀਂ ਕਰਮੀ ਵਾਹਿਗੁਰੂ ਦੀ ਰਹਿਮਤ ਦੁਆਰਾ, ਵਾਹਿਗੁਰੂ ਦੀ ਕਿਰਪਾ ਦੁਆਰਾ, ਉਸ ਅਕਾਲ ਪੁਰਖ ਦੀ ਰਹਿਮਤ ਦੁਆਰਾ ਅਸੀਂ ਸੱਚੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ। ਜਿਨ੍ਹੋਂ ਲਿਆ ਛੁਡਾਏ, ਵੀ ਜਿਨ੍ਹਾਂ ਨੇ ਇਸ ਹੱਡਾ ਰੋੜੀ ਦੇ ਕੁੱਤੇ ਤੋਂ ਸਾਨੂੰ ਬਚਾ ਲਿਆ। ਜਿਹੜੇ ਹੱਡਾ ਰੋੜੇ ਦੇ ਕੁੱਤੇ ਹੁੰਦੇ ਨੇ ਨਾ, ਉਹ ਜ਼ਿਆਦਾ ਖਤਰਨਾਕ ਹੁੰਦੇ ਨੇ, ਉਹਨਾਂ ਦੇ ਮੂੰਹ ਨੂੰ ਲਹੂ ਲੱਗਿਆ ਹੁੰਦਾ। ਉਹ ਕਈ ਵਾਰੀ ਜੇ ਕੋਈ ਬੱਚਾ, ਕੋਈ ਬੀਬੀ, ਬਿਰਧ ਮਾਤਾ ਇਕੱਲੀ ਜਾਂਦੀ ਹੋਵੇ, ਉਹਨੂੰ ਵੀ ਵੱਢਣ ਪੈ ਜਾਂਦੇ ਨੇ। ਕਈ ਇਹੋ ਜਿਹੇ ਵੀ ਕੇਸ ਸੁਣਨ ਅਤੇ ਦੇਖਣ ਵਿੱਚ ਆਏ ਨੇ ਵੀ ਕਿਸੇ ਬੱਚੇ ਨੂੰ ਕੁੱਤਿਆਂ ਨੇ ਨੋਚ ਕੇ ਮਾਰ ਦਿੱਤਾ। ਕਈ ਬੀਬੀਆਂ ਦੇ ਕੇਸ ਵੀ ਆਉਂਦੇ ਨੇ, ਕਈ ਬੰਦਿਆਂ ਦੇ ਵੀ ਕੇਸ ਆਉਂਦੇ ਨੇ ਵੀ ਹੱਡਾ ਰੋੜੇ ਦੇ ਕੁੱਤੇ ਇਕੱਠੇ ਹੋ ਕੇ ਘੇਰ ਕੇ ਅਤੇ ਫਿਰ ਉਹ ਬੰਦੇ ਨੂੰ ਪੈਂਦੇ ਨੇ ਅਤੇ ਉਹ ਨੁਕਸਾਨ ਕਰਦੇ ਨੇ। ਲੋ ਭਗਤ ਜੀ ਕਹਿੰਦੇ ਨੇ ਜੇ ਸਾਡਾ ਮਨ ਸੀ ਹੱਡਾ ਰੋੜੇ ਦੇ ਕੁੱਤੇ ਵਾਂਗੂ ਸੀ, ਬੜਾ ਭੌਂਕਦਾ ਸੀ ਅਤੇ ਮੁਰਦਾਰ ਦੇ ਪਿੱਛੇ ਉੱਠ ਕੇ ਦੌੜ ਪੈਂਦਾ ਸੀ। ਵੱਡਿਆਂ ਭਾਗਾਂ ਦੇ ਨਾਲ ਸਾਨੂੰ ਸੱਚੇ ਸਤਿਗੁਰੂ ਮਿਲੇ ਨੇ, ਜਿਨ੍ਹਾਂ ਨੇ ਇਸ ਹੱਡਾ ਰੋੜੀ ਦੇ ਹਲਕੇ ਕੁੱਤੇ ਤੋਂ ਸਾਨੂੰ ਛੁਡਾ ਲਿਆ ਹੈ। ਮਹੱਲਾ ਪੰਜਵਾ। ਕਬੀਰ ਧਰਤੀ ਸਾਧ ਕੀ ਤਸ ਕਰ ਬੈਸਹਿ ਗਾਹੇ। ਲਓ ਹੁਣ ਫਿਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੂਜਾ ਸ਼ਲੋਕ ਕਬੀਰ ਜੀ ਦੇ ਨਾਮ 'ਤੇ ਹੀ ਉਚਾਰਨ ਕਰਦੇ ਨੇ। ਕਬੀਰ ਧਰਤੀ ਸਾਧ ਕੀ। ਕਬੀਰ ਭਗਤ ਜੀ ਫਰਮਾਉਂਦੇ ਨੇ ਧਰਤੀ ਸਾਧ ਕੀ, ਇਹ ਸਾਰੀ ਧਰਤੀ ਸਾਧ ਗੁਰਮੁਖਾਂ ਦੀ ਹੈ। ਆਹ ਜਿਹੜੀ ਧਰਤੀ ਹੈ ਨਾ, ਇਹ ਧਰਮਸਾਲ ਹੈ। ਇਹ ਗੁਰਮੁਖਾਂ ਦੇ ਭਜਨ ਵਾਸਤੇ, ਨਾਮ ਜਪਣ ਵਾਸਤੇ ਵਾਹਿਗੁਰੂ ਨੇ ਬਣਾਈ ਹੈ। ਤਸਕਰ ਬੈਸਹਿ ਗਾਹੇ। ਪਰ ਜਿਹੜੇ ਚੋਰ ਬੰਦੇ ਨੇ, ਚੋਰ ਕੌਣ ਨੇ? ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ ਪਚਾਸਾ। ਗੁਰਮੁਖਾਂ ਨੇ ਨਾਮ ਜਪਣਾ ਹੁੰਦਾ, ਉਹਨਾਂ ਲਈ ਵਾਹਿਗੁਰੂ ਨੇ ਧਰਤੀ ਬਣਾਈ ਸੀ। ਪਰ ਜਿਹੜੇ ਚੋਰ ਨੇ, ਭਾਵ ਜਿਹੜੇ ਨਾਮ ਨਹੀਂ ਜਪਦੇ, ਉਹ ਚੋਰ ਨੇ, ਰੱਬ ਦੇ ਚੋਰ ਨੇ। ਬੈਸਹਿ ਗਾਹੇ, ਉਹ ਇਸ ਨੂੰ ਗਾਹੇ ਦਾ ਅਰਥ ਹੈ ਦਬਾ ਕੇ, ਮਲ ਕੇ ਬੈਠੇ ਨੇ। ਹੁਣ ਜਦੋਂ ਆਪਾਂ ਆਮ ਹੀ ਸੰਸਾਰ ਵੱਲ ਨਿਗਾਹ ਮਾਰ ਕੇ ਦੇਖਦੇ ਹਾਂ ਵੀ ਜਿਹੜੇ ਸਾਧੂ ਨੇ ਉਹ ਤਾਂ ਕਿਸੇ ਜ਼ਮੀਨ ਜਾਇਦਾਦ ਦਾ, ਕਿਸੇ ਡੇਰੇ ਦਾ, ਧਰਤੀ ਦਾ ਦਾਅਵਾ ਨਹੀਂ ਕਰਦੇ, ਹੰਕਾਰ ਵੀ ਨਹੀਂ ਕਰਦੇ। ਪਰ ਜਿਹੜੇ ਚੋਰ ਲੁਟੇਰੇ ਨੇ ਤੇ ਉਹ ਆ ਕੇ ਕਬਜ਼ੇ ਕਰਕੇ ਬੈਠ ਜਾਂਦੇ ਨੇ।
ਕਿਸੇ ਦੀ ਜ਼ਮੀਨ 'ਤੇ, ਕਿਸੇ ਦੇ ਘਰ 'ਤੇ, ਕਿਸੇ ਦੀ ਕੋਠੀ 'ਤੇ, ਕਿਸੇ ਦੇ ਪਲਾਟ 'ਤੇ ਕਬਜ਼ਾ ਕਰਕੇ ਬੈਠ ਜਾਂਦੇ ਨੇ। ਇਹ ਵਰਤਾਰਾ ਵਰਤ ਰਿਹਾ। ਇਹ ਧਰਤੀ ਬਣਾਈ ਤੇ ਗੁਰਮੁਖਾਂ ਵਾਸਤੇ ਸੀ, ਪਰ ਇਸ ਨੂੰ ਚੋਰ ਦੱਬ ਕੇ ਬੈਠ ਗਏ ਹਨ। ਧਰਤੀ ਭਾਰ ਨਾ ਵਿਆਪਈ, ਉਨ ਕੋ ਲਾਹੂ ਲਾਹੇ। ਲੋ ਭਗਤ ਜੀ ਕਹਿੰਦੇ ਨੇ ਇਸ ਧਰਤੀ ਨੂੰ ਗੁਰਮੁਖਾਂ ਦਾ ਭਾਰ ਨਹੀਂ ਲੱਗਦਾ। ਜਿਹੜੇ ਨਾਮ ਜਪਣ ਵਾਲੇ ਨੇ ਤੇ ਉਹ ਤੇ ਨਾਮ ਜਪ ਕੇ ਧਰਤੀ ਦਾ ਵੀ ਪਾਪ ਲਾਹ ਦਿੰਦੇ ਨੇ, ਧਰਤੀ ਦਾ ਵੀ ਭਾਰ ਲਾਹ ਦਿੰਦੇ ਨੇ। ਪਰ ਜਿਹੜੇ ਚੋਰ ਦੱਬੀ ਬੈਠੇ ਨੇ ਨਾ, ਉਹਨਾਂ ਤੇ ਧਰਤੀ ਨਾਰਾਜ਼ ਹੈ। ਉਹਨਾਂ ਕੋ ਲਾਹੂ ਲਾਏ, ਫਿਰ ਉਹਨਾਂ ਦੇ ਤਾਂ ਲਾਹੂ ਲਾਉਂਦੀ ਹੈ। ਭਾਵ ਜਿਹੜੇ ਚੋਰ ਕਿਸੇ ਦੀ ਜ਼ਮੀਨ ਜਾਇਦਾਦ 'ਤੇ ਕਬਜ਼ਾ ਕਰਕੇ ਬੈਠ ਜਾਂਦੇ ਨੇ, ਫਿਰ ਦੂਜੀ ਧਿਰ ਉਹਨਾਂ ਤੋਂ ਖੋਹਣ ਵਾਸਤੇ ਆਉਂਦੀ ਹੈ। ਉੱਥੇ ਫਿਰ ਖੂਨ ਖਰਾਬਾ ਹੁੰਦਾ ਹੈ ਨਾ, ਲੜਦੇ ਮਰਦੇ ਨੇ, ਜਾਨਾਂ ਜਾਂਦੀਆਂ ਨੇ। ਉਹਨਾਂ ਕੋ ਲਾਹੂ ਲਾਹੇ, ਫਿਰ ਉਹਨਾਂ ਦੇ ਉਹ ਧਰਤੀ ਲਾਹੂ ਲਾਹ ਦਿੰਦੀ ਹੈ। ਕਈ ਜਿਹੜੇ ਧਰਮ ਅਸਥਾਨ ਵੀ ਨੇ, ਧਾਰਮਿਕ ਜਥੇਬੰਦੀਆਂ ਨੇ, ਉਹ ਵੀ ਜ਼ਮੀਨਾਂ ਜਾਇਦਾਦਾਂ ਦੇ ਪਿੱਛੇ ਲੜਦੀਆਂ ਨੇ। ਪਰ ਇਹ ਕੋਈ ਗੁਰਸਿੱਖਾਂ ਦਾ ਕੰਮ ਨਹੀਂ, ਸਾਧੂਆਂ ਦਾ ਕੰਮ ਵੀ ਨਹੀਂ, ਗੁਰਮੁਖਾਂ ਦਾ ਕੰਮ ਵੀ ਨਹੀਂ। ਭਗਤ ਜੀ ਕਹਿੰਦੇ ਨੇ ਬਈ ਧਰਤੀ ਗੁਰਮੁਖਾਂ ਵਾਸਤੇ ਬਣੀ ਸੀ, ਨਾਮ ਜਪਣ ਵਾਸਤੇ, ਤੇ ਪਰ ਇਹਨਾਂ ਨੂੰ ਚੋਰਾਂ ਨੇ ਕਬਜ਼ਾ ਕਰਕੇ ਇਹਦੇ ਉੱਤੇ ਬੈਠ ਗਏ ਨੇ। ਇਸ ਧਰਤੀ ਨੂੰ ਗੁਰਮੁਖਾਂ ਦਾ ਭਾਰ ਤੇ ਨਹੀਂ ਲੱਗਦਾ, ਉਹਨਾਂ ਦੇ ਭਾਰ ਦੇ ਨਾਲ ਔਖੀ ਨਹੀਂ ਹੁੰਦੀ। ਤੇ ਪਰ ਜਿਹੜੇ ਚੋਰ ਨੇ ਉਹਨਾਂ ਤੋਂ ਜ਼ਰੂਰ ਉਹ ਨਾਰਾਜ਼ ਹੁੰਦੀ ਹੈ। ਫਿਰ ਉਹਨਾਂ ਦੇ ਲਾਹੂ ਲਾਹੇ, ਉਹਨਾਂ ਦੇ ਆਹੂ ਲਾਹ ਦਿੰਦੀ ਹੈ। ਫਿਰ ਉੱਥੇ ਕਤਲ ਹੁੰਦੇ ਨੇ, ਉੱਥੇ ਖੂਨ ਖਰਾਬਾ ਹੁੰਦਾ ਹੈ। ਇਹ ਸਾਰਾ ਕੁਝ ਧਰਤੀ ਦੇ ਜਾਇਦਾਦਾਂ ਦੇ ਪਿੱਛੇ ਹੀ ਲੜਾਈ ਝਗੜੇ ਹੁੰਦੇ ਨੇ, ਕਤਲ ਤੱਕ ਨੌਬਤ ਪਹੁੰਚ ਜਾਂਦੀ ਹੈ। ਦੂਜਾ ਇਹਦਾ ਅਰਥ ਕਬੀਰ ਧਰਤੀ ਸਾਧ ਕੀ। ਕਬੀਰ ਭਗਤ ਜੀ ਕਹਿੰਦੇ ਨੇ ਵੀ ਜਿਹੜੀ ਗੁਰਮੁਖਾਂ ਦੀ ਬੁੱਧੀ ਰੂਪੀ ਧਰਤੀ ਹੈ ਤੇ ਉਹ ਸ਼ੁਭ ਗੁਣਾਂ ਦੀ ਸੀ। ਤਸਕਰ ਬੈਸੈ ਗਾਹੇ, ਪਰ ਜਿਹੜੇ ਚੋਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਉਸ ਨੂੰ ਦੱਬ ਕੇ ਬੈਠ ਗਏ ਨੇ। ਜਦੋਂ ਆਪਾਂ ਧਿਆਨ ਦੇ ਨਾਲ ਆਪਣੇ ਅੰਦਰ ਝਾਤੀ ਮਾਰ ਕੇ ਦੇਖਾਂਗੇ, ਹੁਣ ਅਸੀਂ ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ, ਭਗਤੀ ਕਰਨੀ ਹੈ, ਪਰ ਜਦੋਂ ਅਸੀਂ ਅੰਦਰ ਵੇਖਦੇ ਹਾਂ ਤੇ ਅੰਦਰ ਸਾਡੇ ਚੋਰ ਲੁਕੇ ਹੋਏ ਨੇ, ਵਿਕਾਰ, ਉਹ ਸਾਡੇ ਬੁੱਧੀ ਰੂਪੀ ਧਰਤੀ 'ਤੇ, ਹਿਰਦੇ ਰੂਪੀ ਧਰਤੀ 'ਤੇ ਉਹ ਕਬਜ਼ਾ ਕਰੀ ਬੈਠੇ ਨੇ, ਉਹਨੂੰ ਦਬਾਈ ਬੈਠੇ ਨੇ। ਧਰਤੀ ਭਾਰ ਨਾ ਵਿਆਪੇ, ਇਸ ਧਰਤੀ ਨੂੰ ਜਿਹੜੇ ਸ਼ੁਭ ਗੁਣ ਨੇ, ਸਤ ਸੰਤੋਖ ਆਦਿਕ, ਉਹਨਾਂ ਦਾ ਭਾਰ ਤੇ ਨਹੀਂ ਉਹਨੂੰ ਪ੍ਰਤੀਤ ਹੁੰਦਾ, ਉਹਨਾਂ ਦਾ ਭਾਰ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਦਾ। ਉਹਨਾਂ ਕੋ ਲਾਹੂ ਲਾਹੇ, ਤੇ ਜਿਹੜੇ ਵਿਕਾਰ ਨੇ ਉਹ ਉਸ ਬੁੱਧੀ ਰੂਪੀ ਧਰਤੀ ਨੂੰ ਹਾਲੋਂ ਬੇਹਾਲ ਕਰ ਦਿੰਦੇ ਨੇ। ਇਸ ਲਈ ਫਿਰ ਉਹਨਾਂ ਦੇ ਫਿਰ ਉਹ ਲਾਹੂ ਲਾਉਂਦੇ ਨੇ, ਆਹੂ ਲਾਉਂਦੇ ਨੇ। ਫਿਰ ਉਹਨਾਂ ਦਾ ਵਡਾਂਗਾ ਹੁੰਦਾ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਉਹਨਾਂ ਵਿਕਾਰਾਂ ਨੂੰ ਗੁਰਮੁਖ ਨਾਸ਼ ਕਰ ਦਿੰਦੇ ਨੇ। ਤੇ ਇਹ ਵੀ ਅਰਥ ਹੈ ਕਬੀਰ ਧਰਤੀ ਸਾਧ ਕੀ। ਕੁਛ ਇਹ ਜਿਹੜਾ ਅਰਥ ਹੈ ਨਾ, ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਜਿਹੜੇ ਕੋਈ ਸਾਧ ਬੰਦੇ ਨੇ, ਉਹਨਾਂ ਨੇ ਇਹ ਬਣਾਇਆ ਹੈ। ਧਰਤੀ ਅੱਡ ਅੱਡ ਪਾਠ ਕਰਕੇ ਕਬੀਰ ਧਰਤੀ, ਵੀ ਜਿਹੜਾ ਸਾਧ ਹੋ ਕੇ ਤੀ ਇਸਤਰੀ ਨੂੰ ਧਾਰਨ ਕਰ ਲਵੇ। ਸਾਧ ਕੀ, ਉਹ ਕਿਹੜਾ ਸਾਧ ਰਹਿ ਗਿਆ ਜਿਹੜਾ ਸਾਧ ਬਣ ਕੇ ਭਗਵੇਂ ਕੱਪੜੇ ਪਾ ਕੇ ਕੋਈ ਵੀ ਭੇਖ ਧਾਰਨ ਕਰਕੇ ਕਿਸੇ ਦੀ ਇਸਤਰੀ 'ਤੇ ਕਬਜ਼ਾ ਕਰ ਲਵੇ। ਉਹ ਕਾਹਦਾ ਸਾਧ ਹੈ? ਕਿਉਂਕਿ ਦੁਨੀਆ ਵਿੱਚ ਅਜਿਹਾ ਕੁਛ ਵੀ ਹੁੰਦਾ। ਕਈ ਜਿਹੜੇ ਸਾਧ ਨੇ, ਸੱਜਣ ਠੱਗ ਵਰਗੇ, ਉਹ ਬੀਬੀਆਂ ਨੂੰ ਵੀ ਆਪਣੇ ਪਾਸ ਰੱਖ ਲੈਂਦੇ ਨੇ। ਇਸੇ ਲਈ ਭਗਤ ਜੀ ਕਹਿੰਦੇ ਜਿਹੜਾ ਕਿਸੇ ਪਰਾਈ ਇਸਤਰੀ ਨੂੰ ਧਾਰਨ ਕਰ ਲਵੇ ਉਹ ਕਾਹਦਾ ਸਾਧ ਹੈ? ਤਸਕਰ ਬੈਸਾ ਗਾਹੇ, ਉਹ ਤੇ ਚੋਰ ਹੈ ਜਿਹੜਾ ਕਿਸੇ ਦੀ ਪਤਨੀ ਤੇ, ਕਿਸੇ ਦੀ ਮਾਲਕੀਅਤ ਤੇ ਕਬਜ਼ਾ ਕਰਕੇ ਬੈਠਾ ਹੋਇਆ। ਧਰਤੀ ਭਾਰ ਨਾ ਵਿਆਪੇ, ਭਗਤ ਜੀ ਕਹਿੰਦੇ ਨੇ ਜਿਹੜਾ ਧਰਤੀ, ਜਿਹੜਾ ਇਸਤਰੀ ਨੂੰ ਧਾਰਨ ਕਰਨ ਵਾਲਾ ਪਖੰਡੀ ਸਾਧ ਹੈ, ਜਿਹੜਾ ਬਲਾਤਕਾਰੀ, ਉਹਨੂੰ ਆਪਾਂ ਕਹਿ ਸਕਦੇ ਹਾਂ। ਭਾਰ ਨਾ ਵਿਆਪੇ, ਉਹਦੇ ਕੋਲੋਂ ਪਾਪਾਂ ਦਾ ਭਾਰ ਝੱਲਿਆ ਨਹੀਂ ਜਾਣਾ। ਜੋ ਕੁਝ ਉਹ ਕਰਤੂਤਾਂ ਕਰਦਾ ਹੈ
ਉਹਨਾਂ ਕੋ ਲਾਹੂ ਲਾਹੇ, ਫਿਰ ਉਹਨਾਂ ਦੇ ਵੀ ਰੱਬ ਦੀ ਦਰਗਾਹ ਦੇ ਵਿੱਚ ਆਹੂ ਲਾਹੇ ਜਾਣਗੇ। ਅਥਵਾ ਉਹਨਾਂ ਕੋ ਲਾਹੂ ਲਾਹੇ, ਕੁਛ ਵਿਦਵਾਨਾਂ ਨੇ ਇਹਦਾ ਅਰਥ ਇਹ ਵੀ ਕੀਤਾ ਹੈ ਵੀ ਕਬੀਰ ਧਰਤੀ ਸਾਧਕੀ ਵੀ ਹੈ ਤੇ ਗੁਰਮੁਖਾਂ ਦੇ ਲਈ ਧਰਤੀ ਬਣਾਈ ਸੀ, ਪਰ ਇਸ ਨੂੰ ਜਿਹੜੇ ਚੋਰ ਬੰਦੇ ਨੇ ਉਹ ਇਸ ਨੂੰ ਦਬਾ ਕੇ ਬੈਠ ਜਾਂਦੇ ਨੇ। ਪਰ ਇਹ ਧਰਤੀ ਹੈ, ਇੱਥੇ ਗੁਰਮੁਖ ਵੀ ਰਹਿੰਦੇ ਨੇ ਤੇ ਚੋਰ ਵੀ ਰਹਿੰਦੇ ਨੇ। ਧਰਤੀ ਪਾਰਨਾ ਵਿਆਪੀ, ਪਰ ਜਦੋਂ ਉਹ ਚੋਰ ਬੰਦੇ ਮਹਾਂਪੁਰਖਾਂ ਦੀ ਸੰਗਤ ਕਰਦੇ ਨੇ ਤੇ ਫਿਰ ਉਹ ਵੀ ਭਜਨ ਕਰਨ ਲੱਗ ਜਾਂਦੇ ਨੇ। ਧਰਤੀ ਪਾਰਨਾ ਵਿਆਪੀ, ਫਿਰ ਉਹਨਾਂ ਦਾ ਪਾਰ ਧਰਤੀ ਨੂੰ ਵਿਆਪਦਾ। ਜਦੋਂ ਚੋਰ ਬੰਦੇ ਵੀ ਰੱਬ ਦੀ ਭਗਤੀ ਕਰਨ ਲੱਗ ਜਾਣ ਤੇ ਫਿਰ ਉਹ ਧਰਤੀ ਨੂੰ ਉਹਨਾਂ ਦਾ ਭਾਰ ਨਹੀਂ ਮਹਿਸੂਸ ਹੁੰਦਾ। ਉਹਨਾਂ ਕੋ ਲਾਹੂ ਲਾਹੇ, ਤੇ ਫਿਰ ਉਹਨਾਂ ਨੂੰ ਵੀ ਭਜਨ ਕਰਕੇ ਨਾਮ ਜਪ ਕੇ ਲਾਹਾ ਹੀ ਲਾਹਾ ਪ੍ਰਾਪਤ ਹੁੰਦਾ ਹੈ। ਗੁਰਮੁਖ ਲਾਹਾ ਲੈ ਗਏ, ਉਹ ਲਾਭ ਹੈ ਸਿਮਰਨ ਭਗਤੀ ਦਾ, ਉਹ ਲਾਭ ਹੈ ਦਰਗਾਹੀ ਮਾਨ ਸਨਮਾਨ ਦਾ, ਉਹ ਲਾਹਾ ਹੈ ਆਤਮਕ ਆਨੰਦ ਦਾ, ਉਹ ਲਾਹਾ ਹੈ ਮੁਕਤੀ ਦੇ ਆਨੰਦ ਦਾ, ਤੇ ਉਹਨਾਂ ਨੂੰ ਫਿਰ ਲਾਹਾ ਹੀ ਲਾਹਾ ਪ੍ਰਾਪਤ ਹੁੰਦਾ ਹੈ। ਮਹੱਲਾ ਪੰਜਵਾ। ਕਬੀਰ ਚਾਵਲ ਕਾਰਨੇ, ਤੁਖ ਕੋ ਮੋਹਲੀ ਲਾਏ। ਲੋ ਅੱਗੇ ਗੁਰੂ ਅਰਜਨ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਬੀਰ ਜੀ ਦੇ ਨਾਮ ਤੇ ਹੀ ਇਹ ਪਵਿੱਤਰ ਸ਼ਲੋਕ ਉਚਾਰਨ ਕਰਦੇ ਨੇ ਵੀ ਮਾੜੀ ਸੰਗਤ ਤੋਂ ਬਚਣਾ ਚਾਹੀਦਾ। ਕਬੀਰ ਭਗਤ ਜੀ ਕਹਿੰਦੇ ਨੇ ਚਾਵਲ ਕਾਰਨੇ, ਚੌਲਾਂ ਵਾਸਤੇ ਤੁਖ ਕੋ ਮੋਹਲੀ ਲਾਏ। ਜਿਹੜਾ ਤੁਖ, ਚੌਲਾਂ ਦੇ ਉੱਪਰ ਜਿਹੜੀ ਫੱਕ ਹੁੰਦੀ ਜਿਹਨੂੰ ਆਪਾਂ ਛਿੱਲ ਵੀ ਕਹਿ ਦਿੰਦੇ ਹਾਂ, ਤੁਖ ਕੋ ਮੋਹਲੀ ਲਾਏ। ਉਸ ਤੁਖ ਤੋਂ ਜਿਹੜਾ ਉਹ ਛਿੱਲੜ ਹੁੰਦਾ ਹੈ ਤੇ ਜਿਹਨੂੰ ਆਪਾਂ ਫੱਕ ਵੀ ਕਹਿ ਦਿੰਦੇ, ਚੌਲਾਂ ਦੀ ਫੱਕ, ਉਹਨੂੰ ਮੋਹਲਿਆਂ ਦੀ ਮਾਰ ਚੱਲਣੀ ਪੈਂਦੀ ਹੈ। ਤੁਖ ਕੋ ਮੋਹਲੀ ਲਾਏ। ਜਦੋਂ ਪੁਰਾਣੇ ਸਮੇਂ ਵਿੱਚ ਧਾਨ ਛੱਡਦੇ ਸਨ ਤੇ ਮੋਹਲਿਆਂ ਦੇ ਨਾਲ ਛੱਡਦੇ ਸਨ, ਤੇ ਚੌਲ ਕੱਢਣ ਵਾਸਤੇ ਤੇ ਫਿਰ ਉਹਨਾਂ ਧਾਨਾਂ ਨੂੰ ਛੜਿਆ ਜਾਂਦਾ ਸੀ, ਤੇ ਇਸ ਢੰਗ ਦੇ ਨਾਲ ਉਹਨਾਂ ਨੂੰ ਮੋਹਲੀਆਂ ਖਾਣੀਆਂ ਪੈਂਦੀਆਂ ਸਨ। ਸੰਗ ਕੁਸੰਗੀ ਬੈਸ ਤੇ, ਤਬ ਪੂਛੈ ਧਰਮ ਰਾਏ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਬੀਰ ਭਗਤ ਜੀ ਦਾ ਸਿਧਾਂਤ ਹੈ ਸੰਗ ਕੁਸੰਗੀ ਬੈਸ ਤੇ, ਵੀ ਜਦੋਂ ਕੋਈ ਪੁਰਸ਼ ਕੁਸੰਗੀਆਂ ਦੀ ਸੰਗਤ ਵਿੱਚ ਬੈਠਦੇ ਨੇ, ਚੋਰਾਂ ਦੀ, ਡਾਕੂਆਂ ਦੀ, ਵੈਲੀਆਂ ਦੀ, ਸ਼ਰਾਬੀਆਂ ਦੀ, ਕਬਾਬੀਆਂ ਦੀ ਸੰਗਤ ਵਿੱਚ ਜਾ ਕੇ ਜਿਹੜੇ ਬਹਿੰਦੇ ਨੇ, ਤਾਂ ਪੁੱਛਿਆ ਧਰਮਰਾਜ, ਫਿਰ ਧਰਮਰਾਜ ਉਹਨਾਂ ਨੂੰ ਵੀ ਪੁੱਛਦਾ, ਉਹ ਭਲਿਓ ਲੋਕੋ ਤੁਸੀਂ ਉੱਥੇ ਕਿਉਂ ਗਏ ਸੀ? ਹੁਣ ਜੇ ਕੋਈ ਧਾਰਮਿਕ ਬੰਦਾ, ਕੋਈ ਗੁਰਮੁਖ ਬੰਦਾ ਸ਼ਰਾਬ ਦੇ ਠੇਕੇ 'ਤੇ ਜਾਵੇ, ਪੱਬਾਂ ਕਲੱਬਾਂ ਦੇ ਵਿੱਚ ਜਾਵੇ, ਥੀਏਟਰਾਂ ਵਿੱਚ ਜਾਵੇ, ਫਿਰ ਉਹਨੂੰ ਵੀ ਉਹਦਾ ਹਿਸਾਬ ਕਿਤਾਬ ਦੇਣਾ ਪਵੇਗਾ। ਜਿੱਥੇ ਕੁਸੰਗੀ ਪੁਰਸ਼ ਜਾਂਦੇ ਨੇ ਉਹਨਾਂ ਦੀ ਸੋਹਬਤ ਵਿੱਚ ਜਾਣਾ ਨਹੀਂ ਚਾਹੀਦਾ ਗੁਰਮੁਖ ਬੰਦੇ ਨੂੰ। ਉਹਨਾਂ ਸ਼ਰਾਬੀਆਂ ਕਬਾਬੀਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ, ਤੇ ਉਹ ਜਾਣਗੇ ਤੇ ਫਿਰ ਉਹ ਤੋਂ ਧਰਮਰਾਜ ਜ਼ਰੂਰ ਪੁੱਛੇਗਾ। ਜਿਵੇਂ ਚੌਲਾਂ ਦੇ ਵਾਸਤੇ ਚੌਲਾਂ ਦੀ ਛਿੱਲ ਨੂੰ ਮੋਹਲਿਆਂ ਦੀ ਮਾਰ ਖਾਣੀ ਪੈਂਦੀ ਹੈ, ਇਸੇ ਤਰ੍ਹਾਂ ਜਿਹੜੇ ਕੁਸੰਗੀਆਂ ਦੀ ਸੰਗਤ ਕਰਦੇ ਨੇ, ਫਿਰ ਉਹਨਾਂ ਨੂੰ ਵੀ ਕੋਈ ਨਾ ਕੋਈ ਸਜ਼ਾ ਤੇ ਧਰਮਰਾਜ ਦੇਵੇਗਾ ਹੀ। ਨਾਮਾ ਮਾਇਆ ਮੋਹਿਆ, ਕਹਿਤ ਲੋਚਨ ਮੀਤ। ਲੋ ਹੁਣ ਭਗਤ ਕਬੀਰ ਜੀ ਦੇ ਸ਼ਲੋਕ ਨੇ, ਇਹਦੇ ਵਿੱਚ ਇਹ 3 ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਦੇ ਸਿਰਲੇਖ ਹੇਠ ਆਏ ਨੇ, ਉਹਨਾਂ ਦੇ ਨਾਮ ਤੇ ਗੁਰੂ ਮਹਾਰਾਜ ਨੇ ਉਚਾਰਨ ਕੀਤੇ ਨੇ। ਹੁਣ ਜਿਹੜੇ ਅੱਗੇ 2 ਸ਼ਲੋਕ ਆ ਰਹੇ ਨੇ, ਉਹ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ ਦੇ ਵੱਲੋਂ ਉਚਾਰਨ ਕੀਤੇ ਗਏ ਨੇ। ਇਹਦਾ ਮਤਲਬ ਇਹ ਹੈ, ਕਬੀਰ ਭਗਤ ਜੀ ਦੇ ਸਮੇਂ ਨਾਮਦੇਵ ਤੇ ਭਗਤ ਤਰਲੋਚਨ ਜੀ ਉਹ ਵੀ ਉਹਨਾਂ ਦੇ ਸਮਕਾਲੀ ਭਗਤ ਹੋਏ ਨੇ। ਹੁਣ ਭਗਤ ਨਾਮਦੇਵ ਜੀ ਦੀ ਮਹਿਮਾ ਸੁਣ ਕੇ ਭਗਤ ਤਰਲੋਚਨ ਜੀ ਉਹਨਾਂ ਦੇ ਮਿੱਤਰ ਸਨ, ਤੇ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਘਰ ਆਏ ਨੇ। ਕੀ ਵੇਖਦੇ ਨੇ? ਭਗਤ ਨਾਮਦੇਵ ਜੀ ਜਾਤ ਦੇ ਛਿੰਬੇ ਸਨ, ਉਹ ਕੱਪੜੇ ਠੇਕਣ ਦਾ ਕੰਮ ਕਰਦੇ ਸਨ, ਤੇ ਜਦੋਂ ਉੱਥੇ ਆਏ ਤੇ ਭਗਤ ਨਾਮਦੇਵ ਜੀ ਆਪਣਾ ਜਿਹੜਾ ਖਾਨਦਾਨੀ ਕਿੱਤਾ ਸੀ ਕੱਪੜੇ ਛੇਕਣ ਦਾ, ਠੇਕਣ ਦਾ, ਉਹ ਕਰੀ ਜਾ ਰਹੇ ਸਨ।
ਤੇ ਆ ਕੇ ਭਗਤ ਤਰਲੋਚਨ ਜੀ ਨੇ ਵਿਅੰਗ ਕਸਿਆ। ਕਹਿਣ ਲੱਗੇ, ਨਾਮਾ ਮਾਇਆ ਮੋਹਿਆ। ਉਹ ਨਾਮਿਆ, ਤੂੰ ਤੇ ਮਾਇਆ ਦੇ ਵਿੱਚ ਮੋਹਤ ਹੋਇਆ ਪਿਆ ਹੈ। ਕਹੇ ਤਰਲੋਚਨ ਮੀ, ਤੇ ਤਰਲੋਚਨ ਤੇਰਾ ਮਿੱਤਰ ਇਹ ਗੱਲ ਕਹਿੰਦਾ ਹੈ, ਤੂੰ ਤੇ ਰੱਬ ਦਾ ਭਗਤ ਹੈ, ਤੂੰ ਦੁਨੀਆ ਦੇ ਝਮੇਲਿਆਂ ਵਿੱਚ ਪੈ ਕੇ ਕੀ ਕਰਨਾ ਸੀ? ਤੂੰ ਮਾਇਆ ਦੇ ਲਈ ਇਹ ਸਾਰੇ ਦੁਨੀਆ ਦੇ ਧੰਦੇ ਕਰ ਰਿਹਾ ਹੈ ਨਾ, ਇਸ ਲਈ ਤੇਰੇ ਅੰਦਰ ਮਾਇਆ ਦਾ ਮੋਹ ਜਾਗ ਪਿਆ ਹੈ, ਤਾਂ ਹੀ ਤੂੰ ਦੁਨਿਆਵੀ ਧੰਦਿਆਂ ਦੇ ਵਿੱਚ ਫਸਿਆ ਹੋਇਆ ਹੈ। ਕਾਹੇ ਸ਼ੀਪੋ ਛਾਏ ਲੈ, RAM ਨਾ ਲਾਵਹੁ ਚੀਤ। ਲੋ ਤਰਲੋਚਨ ਭਗਤ ਕਹਿਣ ਲੱਗਾ, ਨਾਮਦੇਵ ਕਾਹੇ ਸ਼ੀਪੋ ਸ਼ਾਇਲ ਹੈ। ਸ਼ਾਇਲ ਦਾ ਅਰਥ ਹੈ ਬਸਤਰ। ਆ ਜਿਵੇਂ ਕਈ ਜਿਹੜੇ ਖੇਸ ਨੇ ਜਾਂ ਰਜਾਈਆਂ ਦੇ ਚੰਦੇ ਹੁੰਦੇ ਨੇ, ਤੇ ਉਹਨਾਂ ਦੇ ਉੱਤੇ ਉਹ ਫੁੱਲ ਪੱਤੀਆਂ ਛਾਪਦੇ ਨੇ, ਠੱਪਾ ਬਣਿਆ ਹੁੰਦਾ, ਤੇ ਭਗਤ ਜੀ ਵੀ ਉਹ ਕੰਮ ਕਰਦੇ ਸਨ। ਕਾਹੇ ਸ਼ੀਪੋ ਸ਼ਾਇਲ ਹੈ ਸੀ। ਆਹ ਜਿਹੜੇ ਅੰਬਰੇ ਨੇ, ਰਜਾਈਆਂ ਦੇ ਉਛਾੜ ਨੇ, ਤੇ ਇਹਨਾਂ ਨੂੰ ਤੁਸੀਂ ਰੰਗਦੇ ਹੋ, ਇਹਨਾਂ ਦੇ ਠੱਪੇ ਲਾਉਂਦੇ ਹੋ, ਕਾਹਦੇ ਲਈ ਇਹ ਕੰਮ ਕਰਦੇ ਹੋ? ਰਾਮ ਨਾਲ ਲਾਵੋ ਚੀਜ਼। ਤੁਹਾਨੂੰ ਚਾਹੀਦਾ ਸੀ ਇਕਾਂਤ ਵਿੱਚ ਬੈਠ ਕੇ ਵਾਹਿਗੁਰੂ ਦਾ ਭਜਨ ਕਰਦੇ, ਪਰ ਤੁਸੀਂ ਤੇ ਵਾਹਿਗੁਰੂ ਦੇ ਨਾਲ ਚਿੱਤ ਹੀ ਨਹੀਂ ਜੋੜਦੇ। ਤੁਸੀਂ ਤੇ ਕੱਪੜੇ ਠੇਕਣ ਦਾ ਕੰਮ ਕਰ ਰਹੇ ਹੋ। ਦੁਨਿਆਵੀ ਲੋਕਾਂ ਵਾਂਗੂ ਤੁਸੀਂ ਆਪਣੀ ਕਿਰਤ ਵਿੱਚ ਹੀ ਮਸ਼ਰੂਫ ਹੋ। ਨਾਮਾ ਕਹੈ ਤਿਲੋਚਨਾ, ਮੁਖ ਤੇ RAM ਸੰਭਾਲ। ਅੱਗੋਂ ਭਗਤ ਨਾਮਦੇਵ ਜੀ ਨੇ ਇਸ ਗੱਲ ਦਾ ਗੁੱਸਾ ਨਹੀਂ ਕੀਤਾ, ਨਾਰਾਜ਼ਗੀ ਨਹੀਂ ਜ਼ਾਹਰ ਕੀਤੀ, ਕਿਉਂਕਿ ਮਿੱਤਰ ਸਨ। ਭਗਤ ਤਰਲੋਚਨ ਜੀ ਨੇ ਭਾਵੇਂ ਇਹ ਗੱਲ ਕਹਿ ਦਿੱਤੀ, ਵਿਅੰਗ ਕਸਿਆ, ਨਾਮਾ ਮਾਇਆ ਮੋਹਿਆ। ਉਹ ਨਾਮ ਦੇ ਤੈਨੂੰ ਵੀ ਮਾਇਆ ਨੇ ਮੋਹਿਤ ਕਰ ਲਿਆ, ਤੈਨੂੰ ਵੀ ਮਾਇਆ ਨੇ ਢਾਲਿਆ, ਤੂੰ ਇਸ ਮਾਇਆ ਦੇ ਲਈ ਕੰਮ ਧੰਦਿਆਂ ਵਿੱਚ ਲੱਗਿਆ ਹੋਇਆ। ਅੱਗੋਂ ਭਗਤ ਨਾਮਦੇਵ ਜੀ ਨੇ ਕੀ ਆਖਿਆ? ਨਾਮਾ ਕਹਿ ਤਰਲੋਚਨਾ। ਨਾਮਦੇਵ ਜੀ ਕਹਿਣ ਲੱਗੇ, ਐ ਤਰਲੋਚਨ ਮਿੱਤਰਾ, ਸੁਣ ਮੇਰੀ ਗੱਲ, ਮੁਖ ਤੇ RAM ਸੰਭਾਲ। ਵੀ ਜੇ ਕਿਰਤ ਕਰਨੀ ਹੈ, ਹੱਥਾਂ ਪੈਰਾਂ ਦੇ ਨਾਲ ਕਰਨੀ ਹੈ, ਤੇ ਮੁਖ ਤੋਂ ਵਾਹਿਗੁਰੂ ਦਾ ਨਾਮ ਵੀ ਤੇ ਸੰਭਾਲਿਆ ਜਾ ਸਕਦਾ ਹੈ। ਕਿਰਤ ਕਰਦਿਆਂ ਵੀ ਵਾਹਿਗੁਰੂ ਵਾਹਿਗੁਰੂ ਜਪਿਆ ਜਾ ਸਕਦਾ ਹੈ। ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਲੋ ਭਗਤ ਨਾਮਦੇਵ ਜੀ ਕਹਿੰਦੇ ਨੇ, ਹਾਥ ਪਾਉ ਕਰ ਕਾਮ ਸਭ, ਹੱਥਾਂ ਤੇ ਪੈਰਾਂ ਦੇ ਨਾਲ ਸਾਰੇ ਕੰਮ ਕਰੀ ਜਾਓ, ਚੀਤ ਨਿਰੰਜਨ ਨਾਲ, ਤੇ ਚਿੱਤ ਨੂੰ ਵਾਹਿਗੁਰੂ ਨਾਲ ਜੋੜੀ ਰੱਖੋ। ਹੱਥ ਕਾਰ ਵੱਲ, ਦਿਲ ਕਰਤਾਰ ਵੱਲ। ਇਹ ਹੈ ਸਿੱਖੀ ਦਾ ਸਿਧਾਂਤ। ਗੁਰੂ ਨਾਨਕ ਸਾਹਿਬ ਜੀ ਨੇ 3 ਸਿੱਖੀ ਦੇ ਬੁਨਿਆਦੀ ਅਸੂਲ ਬਖਸ਼ਿਸ਼ ਕੀਤੇ ਹਨ: ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਕਿਰਤ ਧਰਮ ਦੀ ਕਰਨੀ ਹੈ। ਸੱਚੀ ਸੁੱਚੀ ਕਿਰਤ ਨੂੰ ਧਰਮ ਦੀ ਕਿਰਤ ਕਿਹਾ ਹੈ। ਕਿਸੇ ਦਾ ਹੱਕ ਨਹੀਂ ਮਾਰਨਾ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਕਿਸੇ ਨਾਲ ਠੱਗੀ ਨਹੀਂ ਮਾਰਨੀ, ਕਿਸੇ ਨਾਲ ਧੋਖਾ ਨਹੀਂ ਕਰਨਾ। ਜਿਹੜੀ ਸੱਚ ਦੇ ਆਧਾਰਿਤ ਕਿਰਤ ਹੈ, ਉਹਨੂੰ ਧਰਮ ਦੀ ਕਿਰਤ ਕਿਹਾ ਹੈ। ਗੁਰੂ ਮਹਾਰਾਜ ਨੇ ਆਖਿਆ, ਸਾਡਾ ਸਿੱਖ ਕਿਰਤ ਕਰੇ। ਜਿਹੜਾ ਕਿਰਤ ਕਰਨ ਵਾਲਾ ਬੰਦਾ ਕਦੇ ਭੁੱਖਾ ਨਹੀਂ ਮਰਦਾ, ਬਲਕਿ ਕਿਰਤ ਕਰਨ ਵਾਲਾ ਬੰਦਾ ਦੂਜੇ ਦਾ ਵੀ ਪੇਟ ਭਰਦਾ। ਹੁਣ ਤੁਸੀਂ ਵੇਖੋ, ਜਿਹੜੇ ਗੁਰੂ ਨਾਨਕ ਦੇ ਸਿੱਖ ਨੇ ਤੇ ਜਿਨ੍ਹਾਂ ਨੇ ਗੁਰੂ ਦੇ ਇਹਨਾਂ ਬਚਨਾਂ 'ਤੇ ਅਮਲ ਕੀਤਾ ਹੈ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਹੁਣ ਉਸ ਕਿਰਤ ਦੇ ਆਧਾਰ 'ਤੇ ਹੀ ਗੁਰੂ ਕੇ ਲੰਗਰ ਚੱਲ ਰਹੇ ਨੇ। ਜਿਹੜਾ ਬੰਦਾ ਕਿਰਤ ਨਹੀਂ ਕਰਦਾ, ਉਹ ਤਾਂ ਆਪ ਹੀ ਦੂਜੇ ਦੇ ਭਾਰ ਬਣ ਜਾਂਦਾ, ਦੂਜੇ ਦੇ ਮੁਥਾਜ ਹੋ ਜਾਂਦਾ। ਉਹਨੇ ਕੀ ਕਿਸੇ ਦੀ ਸੇਵਾ ਕਰਨੀ ਹੈ, ਕੀ ਕਿਸੇ ਨੂੰ ਲੰਗਰ ਛਕਾਉਣਾ ਹੈ। ਇਹ ਸਾਰੀ ਕਿਰਤ ਦੀ ਬਰਕਤ ਹੈ। ਇਹ ਗੁਰੂ ਦੇ ਬਚਨਾਂ ਦੀ ਕਰਾਮਾਤ ਹੈ, ਜਿਹੜੇ ਥਾਂ ਥਾਂ 'ਤੇ ਲੰਗਰ ਗੁਰੂ ਦੇ ਨਾਂ 'ਤੇ ਚੱਲ ਰਹੇ ਨੇ, ਗੁਰੂ ਕਾ ਲੰਗਰ। ਫਿਰ ਨਾਮ ਜਪਣਾ, ਇਹ ਆਤਮਿਕ ਭੋਜਨ ਦਾ ਲੰਗਰ ਹੈ। ਨਾਮ ਵੀ ਅਤੇ ਦੂਸਰਾ ਵੀ ਭੋਜਨ ਵੰਡ ਕੇ ਛਕਣਾ, ਸੰਗਤ ਤੇ ਪੰਗਤ ਦੇ ਵਿੱਚ ਇਹ ਗੁਰੂ ਦਾ ਹੁਕਮ ਹੈ। ਲੋ ਭਗਤ ਜੀ ਕਹਿੰਦੇ ਨੇ, ਭਾਈ ਹੱਥਾਂ ਪੈਰਾਂ ਦੇ ਨਾਲ ਕੰਮ ਕਰੋ ਤੇ ਚੀਤ ਨਿਰੰਜਨ ਨਾਲ ਤੇ ਆਪਣੀ ਚਿੱਤ ਨੂੰ ਵਾਹਿਗੁਰੂ ਦੇ ਨਾਲ ਜੋੜੀ ਰੱਖੋ, ਤੇ ਇਹਦੇ ਨਾਲ ਹੀ ਤੁਹਾਡੇ ਜੀਵਨ ਦੀ ਸਫਲਤਾ ਹੋਵੇਗੀ। ਇਹ ਜ਼ਰੂਰੀ ਨਹੀਂ ਕਿਰਤ ਛੱਡ ਕੇ
ਕੰਮ ਛੱਡ ਕੇ ਹੀ ਅਸੀਂ ਨਾਮ ਜਪਣਾ ਹੈ। ਕਿਰਤ ਵੀ ਕਰੋ, ਨਾਮ ਵੀ ਜਪੋ, ਦੋਵੇਂ ਕੰਮ ਇਕੱਠੇ ਵੀ ਕਰ ਸਕਦੇ ਹੋ। ਇਹ ਸੰਦੇਸ਼ ਭਗਤ ਨਾਮਦੇਵ ਜੀ ਨੇ ਬਖਸ਼ਿਸ਼ ਕੀਤਾ ਹੈ। ਆਪਾਂ ਇਸ ਵਿਚਾਰ ਨੂੰ ਸੁਣਿਆ, ਆਪਣੇ ਜੀਵਨ ਵਿੱਚ ਵਸਾਈਏ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਨਾਮਾ ਕਹਿਤ ਲੋਚਨਾ, ਮੁਖ ਤੇ RAM ਸਮਾਲ। ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।